ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਸਰਦਾਰ ਜੱਸਾ ਸਿੰਘ ਰਾਮਗੜੀਆ, ਜਿਨ੍ਹਾਂ ਦੀ 300ਵੀਂ ਜਨਮ ਸ਼ਤਾਬਦੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਔਰ ਬਕਾਇਦਾ ਵੱਖ-ਵੱਖ ਸੰਸਥਾਵਾਂ ਵੱਲੋਂ ਉਹਨਾਂ ਦੇ ਇਸ ਦਿਹਾੜੇ ਦੇ ਮੌਕੇ ਸੈਮੀਨਾਰ ਕਰਕੇ, ਵੱਖ-ਵੱਖ ਗੋਸ਼ਟੀਆਂ ਕਰਕੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਤਾਂ ਇਹ ਸਾਰੀ ਸਥਿਤੀ ਜਿਹੜੀ ਹੈ ਅੱਜ ਦਾ, ਜਿਸ ਤਰ੍ਹਾਂ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਕਿ ਉਸ ਸਮੇਂ ਜਿਹੜੀ ਉਹਨਾਂ ਨੇ, ਜਦੋਂ ਮਿਸਲਦਾਰਾਂ ਦਾ ਦੌਰ ਆਉਂਦਾ ਹੈ, ਮਿਸਲਾਂ ਦਾ ਦੌਰ ਆਉਂਦਾ ਹੈ, ਜਿਹੜਾ ਕਿ ਇਹ ਮੰਨਿਆ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਗਠਿਤ ਰਾਜ ਤੋਂ ਬਾਅਦ, ਸਥਾਪਿਤ ਰਾਜ ਤੋਂ ਬਾਅਦ ਜਦੋਂ ਉਹ ਰਾਜ ਖਿੰਡ ਪੁੰਡ ਜਾਂਦਾ ਹੈ, ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਲਾਹੌਰ ਦੇ ਗਵਰਨਰ ਵੱਲੋਂ ਉਹਨਾਂ ਦੇ ਸਿੱਖਾਂ ਦੇ ਉੱਤੇ ਖਾਸ ਕਰਕੇ ਜ਼ੁਲਮ ਢਾਏ ਜਾਂਦੇ ਆ, ਤਾਂ ਉਹ ਸਾਰੀਆਂ ਪਰਿਸਥਿਤੀਆਂ ਦੇ ਵਿੱਚ ਉਸ ਸਮੇਂ ਦਾ ਜਿਹੜਾ 1716 ਤੇ 33 ਤੱਕ ਦਾ ਜਿਹੜਾ ਦੌਰ ਹੈ, ਉਹ ਸਿੱਖ ਇਤਿਹਾਸ ਵਿੱਚ ਕਾਲੇ ਜਾਂ ਹਨੇਰੇ ਯੁੱਗ ਦੇ ਤੌਰ ਤੇ ਜਾਣਿਆ ਵੀ ਜਾਂਦਾ। ਤੇ ਉਸ ਸਮੇਂ ਸਿੱਖਾਂ ਦੇ ਵਿੱਚ ਦੁਬਾਰਾ ਤੋਂ ਸੰਗਠਿਤ ਹੋਣ ਲਈ ਜਿਹੜੀ ਇੱਕ ਸੋਚ ਪੈਦਾ ਹੁੰਦੀ ਹੈ, ਤਾਂ ਉਸ ਦੌਰ ਦੇ ਵਿੱਚ ਨਵਾਬ ਕਪੂਰ ਸਿੰਘ ਵੱਲੋਂ ਦਲ ਖਾਲਸਾ ਦੀ ਸਥਾਪਨਾ ਕੀਤੀ ਜਾਂਦੀ ਹੈ। ਤੇ ਉਹ ਦਲ ਖਾਲਸਾ ਨੂੰ ਬਾਅਦ ਵਿੱਚ ਦੋ ਹਿੱਸਿਆਂ ਵਿੱਚ, ਖਾਸ ਕਰਕੇ ਬੁੱਢਾ ਦਲ ਤੇ ਤਰਨਾ ਦਲ ਚ ਵੰਡਿਆ ਜਾਂਦਾ। ਤੇ ਬੁੱਢਾ ਦਲ ਵਿੱਚ ਜਿਹੜੇ 40 ਸਾਲ ਤੋਂ ਉੱਪਰ ਉਮਰ ਦੇ ਆ ਉਹ ਭਰਤੀ ਹੁੰਦੇ ਆ, ਤਾਂ ਉਸ ਤੋਂ ਥੱਲੀ ਉਮਰ ਦੇ ਜਿਹੜੇ ਨੌਜਵਾਨ ਆ ਉਹ ਤਰਨਾ ਦਲ ਚ ਭਰਤੀ ਹੁੰਦੇ ਆ। ਇਹ ਦੋ ਦਲ ਬਣਾ ਕੇ ਤਾਂ ਸਿੱਖਾਂ ਦੇ ਅੰਦਰ ਇੱਕ ਜਿਹੜੀ ਨਵੇਂ ਸਿਰੇ ਤੋਂ ਭਰੋਸਾ ਪੈਦਾ ਕਰਨ ਤੇ ਜ਼ੁਲਮ ਦੇ ਟੱਕਰ ਕਰਨ ਦੇ ਲਈ ਇੱਕ ਸੰਗਠਿਤ ਜਿਹੜੀ ਹੈ ਫੋਰਸ ਜਿਹੜੀ ਹੈ ਬਣਾਉਣ ਦਾ ਯਤਨ ਹੁੰਦਾ ਹੈ। ਉਸ ਸਮੇਂ ਦੇ ਵਿੱਚ ਹੀ ਜੱਸਾ ਸਿੰਘ ਰਾਮਗੜੀਆ ਵੱਲੋਂ ਜਿਹੜੀ ਭੂਮਿਕਾ ਨਿਭਾਈ ਗਈ ਉਹ ਮਿਸਲਾਂ ਦੇ ਦੌਰ ਦੇ ਵਿੱਚ, ਉਸ ਦੇ ਉੱਤੇ ਅਸੀਂ ਗੱਲ ਕਰਾਂਗੇ ਔਰ ਬਕਾਇਦਾ ਉਹਨਾਂ ਦਾ ਉਸ ਸਾਰੇ ਸਮੇਂ ਦੇ ਵਿੱਚ ਕੀ ਯੋਗਦਾਨ ਹੈ ਉਸ ਦੇ ਉੱਤੇ ਚਰਚਾ ਕਰਾਂਗੇ। ਤਾਂ ਇਸ ਚਰਚਾ ਦੇ ਲਈ ਸਾਡੇ ਨਾਲ ਜੁੜੇ ਨੇ ਅੱਜ ਸਾਡੇ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਰਾਜ ਕੁਮਾਰ ਹੰਸ ਜੀ, ਜਿਹੜੇ ਕਿ ਉੱਘੇ ਇਤਿਹਾਸਕਾਰ ਨੇ ਤੇ ਉਹਨਾਂ ਨੇ ਗੁਜਰਾਤ ਯੂਨੀਵਰਸਿਟੀ ਦੇ ਵਿੱਚ 35 ਸਾਲ ਤੋਂ ਵੱਧ ਸਮਾਂ ਇਤਿਹਾਸ ਨੂੰ ਪੜ੍ਹਾਇਆ। ਤੇ ਅੱਜ ਕੱਲ੍ਹ ਉਹ ਪੰਜਾਬ 'ਚ ਰਹਿ ਕੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਸ ਨੂੰ ਬੜਾ ਨੇੜਿਓਂ ਦੇਖ ਰਹੇ ਆ ਔਰ ਖਾਸ ਕਰਕੇ ਜਿਹੜਾ ਸਿੱਖ ਇਤਿਹਾਸ ਹੈ ਔਰ ਉਸ ਸਮੇਂ ਜਿਹੜੀਆਂ ਸਮਾਜਿਕ ਤਬਦੀਲੀਆਂ ਆਈਆਂ ਉਹਨਾਂ ਨੇ ਬੜਾ ਨੇੜਿਓਂ ਦਾ ਅਧਿਐਨ ਕੀਤਾ, ਡੂੰਘਾਈ ਨਾਲ ਅਧਿਐਨ ਕੀਤਾ। ਤੇ ਉਹਨਾਂ ਸਾਰੀਆਂ ਜੋ ਘਟਨਾਵਾਂ ਉਸ ਸਮੇਂ ਦੀਆਂ ਉਹਨਾਂ ਬਾਰੇ ਉਹਨਾਂ ਦੀ ਇੱਕ ਆਪਣੀ ਰਾਏ ਹੈ, ਆਪਣਾ ਨਜ਼ਰੀਆ ਹੈ ਤੇ ਉਹਨਾਂ ਦੇ ਆਪਣੇ ਅਰਥ ਨੇ। ਅਸੀਂ ਉਹਨਾਂ ਤੋਂ ਸਮਝਣਾ ਚਾਹਾਂਗੇ ਕਿ ਉਹ ਜੱਸਾ ਸਿੰਘ ਰਾਮਗੜੀਆ ਦੀ ਜਿਹੜੀ ਭੂਮਿਕਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਤੇ ਉਹ ਕਿਹੜੀਆਂ ਪਰਿਸਥਿਤੀਆਂ ਸੀ ਜਿਨੇ ਜੱਸਾ ਸਿੰਘ ਰਾਮਗੜੀਆ ਨੂੰ ਇਸ ਮਕਾਮ ਤੇ, ਇਸ ਉੱਚੇ ਅਹੁਦੇ ਤੇ, ਉੱਚੇ ਇੱਕ ਮਹਾਨ ਜਿਹੜੇ ਯੋਧੇ ਦੇ ਰੂਪ ਵਿੱਚ ਸਾਡੇ ਸਾਹਮਣੇ ਲੈ ਕੇ ਆਂਦਾ ਹੈ। ਉਹਨਾਂ ਤੋਂ ਜਾਨਣਾ ਚਾਹਾਂਗੇ। ਪ੍ਰੋਫੈਸਰ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ ਬਲਬੀਰ ਜੀ, ਔਰ ਸੱਜਣ ਦਾ ਮੈਂ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਆਪਣੀ ਸੰਗਤ ਵਿੱਚ ਬੁਲਾਇਆ ਹੈ। ਤੇ ਇਸ ਵੇਲੇ ਮੈਂ ਸਾਰੇ ਪੰਜਾਬੀਆਂ ਨੂੰ ਜੱਸਾ ਸਿੰਘ ਹੁਣਾਂ ਦੀ ਜਿਹੜਾ 300 ਸਾਲਾ ਸ਼ਤਾਬਦੀ ਮਨਾ ਰਹੇ ਜਨਮ ਦਿਨ ਉਹਨਾਂ ਦਾ ਹੈਗਾ, ਤੇ ਉਹਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਾ ਤੇ ਗੱਲਾਂ ਆਪਾਂ ਕਰਦੇ ਹਾਂ ਜੀ ਤੁਹਾਡੇ ਨਾਲ। ਪ੍ਰੋਫੈਸਰ, ਉਹ ਜਿਹੜਾ ਉਹ ਦੌਰ ਸੀਗਾ, ਖਾਸ ਕਰਕੇ ਸਿੱਖ ਇਤਿਹਾਸ ਵਿੱਚ ਮਿਸਲਾਂ ਦੇ ਦੌਰ ਦੀ ਬੜੀ ਅਹਿਮੀਅਤ ਹੈ, ਕਿਉਂਕਿ ਬੰਦਾ ਸਿੰਘ ਬਹਾਦਰ ਦੇ ਸੰਗਠਿਤ ਰਾਜ ਤੋਂ, ਸਥਾਪਿਤ ਰਾਜ ਤੋਂ ਬਾਅਦ ਉਹ ਜਦੋਂ ਖਿੰਡ ਪੁੰਡ ਜਾਂਦਾ ਹੈ ਤਾਂ ਦੁਬਾਰਾ ਸਿੱਖਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਇਕੱਠੇ ਹੋਣ ਦੀ, ਆਪਣੇ ਆਪ ਨੂੰ ਜਥੇਬੰਦ ਕਰਨ ਦੀ ਜਿਹੜੀ ਹੈ ਵੱਖ-ਵੱਖ ਕੋਨਿਆਂ 'ਚ ਯਤਨ ਹੁੰਦੇ ਆ ਤੇ ਵੱਖ-ਵੱਖ ਧਿਰਾਂ ਵੱਲੋਂ ਯਤਨ ਹੁੰਦੇ ਆ। ਤੇ ਬਾਅਦ ਵਿੱਚ ਉਹੀ ਜਿਹੜੇ ਯਤਨ ਆਣ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਸਥਾਪਿਤ ਹੁੰਦਾ ਉਹਨਾਂ ਯਤਨਾਂ ਦੇ ਸਦਕਾ। ਤੇ ਉਸ ਦੇ ਵਿੱਚ ਤੁਸੀਂ ਜੱਸਾ ਸਿੰਘ ਰਾਮਗੜੀਆ ਨੂੰ ਕਿਸ ਤਰ੍ਹਾਂ ਦੇਖਦੇ ਹੋ? ਹਾਂਜੀ, ਬਹੁਤ ਵੱਡਾ ਯੋਗਦਾਨ ਹੈ। ਗੱਲ ਇਹ ਆਪਾਂ ਉਸ ਵਕਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ 18ਵੀਂ ਸਦੀ ਜਿਹੜੀ ਹੈ ਨਾ ਉਹ ਬੜੀ ਉਥਲ ਪੁਥਲ ਦੀ ਹੈ। ਨਾ ਸਿਰਫ ਪੰਜਾਬ ਵਿੱਚ ਹੀ, ਪੂਰੇ ਭਾਰਤ ਵਿੱਚ ਹੀ ਇਹ ਹਾਲ ਹੈ, ਕਿਉਂਕਿ ਮੁਗਲ ਰਾਜ ਜਿਹੜਾ ਉਹਦੀਆਂ ਚੂੜਾਂ ਢਿੱਲੀਆਂ ਹੋ ਰਹੀਆਂ ਨੇ, ਤਾਂ ਇਸ ਕਰਕੇ ਬਹੁਤ ਥਾਈਂ ਵਿਦਰੋਹ ਹੋ ਰਹੇ ਨੇ ਤੇ ਮਰਾਠੇ ਜਿਹੜੇ ਨੇ ਉਹ ਪੂਰੇ ਉਧਰ ਆਪਣੇ ਪਸਾਰਾ ਕਰ ਰਹੇ ਨੇ। ਇੱਧਰ ਬੰਗਾਲ ਦੇ ਨਵਾਬ ਜਿਹੜੇ ਨੇ ਆਪਣੇ ਆਪ ਨੂੰ
ਇੰਡੀਪੈਂਡੈਂਟ ਕਰ ਲੈਂਦੇ ਨੇ। ਇਸੇ ਤਰੀਕੇ ਨਾਲ ਹਰ ਥਾਂ ਉਥਲ ਪੁਥਲ ਹੋ ਰਹੀ ਆ, ਖੋਆ ਖਾਈ ਹੋ ਰਹੀ ਆ, ਮਾਰਾ ਮਾਰੀ ਹੋ ਰਹੀ ਹੈ, ਤੇ ਪੰਜਾਬ ਦਾ ਸੀਨ ਵੀ ਜਿਹੜਾ ਉਹ ਇਸੇ ਕਲਾਵੇ ਵਿੱਚ ਆ ਜਾਂਦਾ ਹੈ। ਗੱਲ ਇਹ ਹੈ ਕਿ ਸਾਨੂੰ ਕਿਸੇ ਵੀ ਸ਼ਖਸੀਅਤ ਨੂੰ ਸਮਝਣਾ ਹੋਵੇ, ਉਹਦਾ ਵੱਡਾ ਜਿਹੜਾ ਇੱਕ ਸੰਦਰਭ ਹੁੰਦਾ ਹੈ, ਉੱਥੋਂ ਦੇ ਸਮਾਜਿਕ ਔਰ ਪੋਲੀਟੀਕਲ ਪਰਿਸਥਿਤੀਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਤੇ ਗੱਲ ਇਹ ਹੈ ਕਿ ਆਪਾਂ ਕਿਉਂਕਿ ਜੱਸਾ ਸਿੰਘ ਜਾਂ ਰਾਮਗੜੀਆ ਦੀ ਜਾਂ ਜੱਸਾ ਸਿੰਘ ਆਹਲੂਵਾਲੀਆ ਦੀ ਗੱਲ ਕਰੀਏ, ਵੱਡੇ ਮਹਾਨਾਇਕ ਨੇ, ਨਾਇਕ ਨੇ ਸਿੱਖ ਇਤਿਹਾਸ ਦੇ 18ਵੀਂ ਸਦੀ ਦੇ, ਤੇ ਉਹਨੂੰ ਆਪਾਂ ਉਸ ਨਜ਼ਰੀਏ ਵਿੱਚ ਹੀ ਪੇਸ਼ ਕਰਨਾ ਕਿ ਜਿਹੜੀ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਾਹਿਬ ਨੇ ਜਿਹੜਾ ਖਾਲਸਾ ਦੀ ਰਚਨਾ ਕੀਤੀ ਸੀ, ਉਹਦੇ ਵਿੱਚ ਨਵੀਂ ਸਿੱਖਾਂ ਦੇ ਵਿੱਚ ਰੂਹ ਫੂਕੀ ਸੀ। ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਸਾਹਮਣਾ ਕਰਨਾ ਪਿਆ। ਉਹਨਾਂ ਦੀ 16 ਲੜਾਈਆਂ ਵਿੱਚੋਂ ਇੱਕ ਵੀ ਲੜਾਈ ਜਿਹੜੀ ਆ ਉਹ ਓਫੈਂਸਿਵ ਨਹੀਂ ਸੀ। ਉਹਨਾਂ ਨੂੰ ਪਹਾੜੀ ਰਾਜਿਆਂ ਵੱਲੋਂ ਜਿਹੜੀਆਂ ਲੜਾਈਆਂ ਕੀਤੀਆਂ ਗਈਆਂ ਉਹਨਾਂ ਦਾ ਮੁਕਾਬਲਾ ਕਰਨਾ ਪਿਆ, ਤੇ 2 ਜਿਹੜੀਆਂ ਮੁਗਲ ਰਾਜ ਨੇ ਕੀਤੀਆਂ ਉਹਨਾਂ ਦੇ ਨਾਲ ਚੜ੍ਹਾਈ ਕੀਤੀ ਉਹਨਾਂ ਤੇ, ਉਹਨਾਂ ਦਾ ਕਰਨਾ ਪਿਆ। ਇਹ ਇੱਕ ਕੰਟੈਕਸਟ ਹੈ ਸਾਡੇ ਕੋਲ ਕਿ ਜਿਹੜੀ ਸਿੱਖ ਲਹਿਰ ਹੈ ਉਹ ਬੜੀ ਇਨਕਲਾਬੀ ਰਹਿ ਸੀ, ਗੁਰੂਆਂ ਦੀ ਜਿਹੜੀ ਸਰਬੱਤ ਦੇ ਭਲੇ ਵਾਲੀ ਸੀ, ਕਿਰਤ ਕਰਕੇ ਵੰਡ ਕੇ ਛਕਣ ਵਾਲੀ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਫਿਰ ਇਹ ਚਮਕੌਰ ਦੀ ਲੜਾਈ ਵਿੱਚ ਬਹੁਤ ਨੁਕਸਾਨ ਹੁੰਦਾ ਹੈ ਸਿੱਖਾਂ ਦਾ, ਤੇ ਗੁਰੂ ਸਾਹਿਬ ਨੂੰ ਉੱਥੋਂ ਨਿਕਲਣਾ ਪਿਆ, ਬੜੇ ਔਖੇ ਦਿਨ ਉਹ ਉਹਨਾਂ ਨੇ ਕੱਟੇ। ਖੈਰ ਜਿਹੜੀ ਰੂਹ ਭਰੀ ਸੀ ਉਹ ਸਾਨੂੰ ਇਹਨਾਂ ਦੀ ਜਦੋਂ ਚੜ੍ਹਾਈ ਕਰ ਜਾਂਦੇ ਨੇ ਤੇ ਉਹਦੇ ਬਾਅਦ ਫਿਰ ਬੰਦਾ ਬਹਾਦਰ ਨੂੰ ਇੱਕ ਨਵੀਂ ਉਹਦੇ ਵਿੱਚ ਰੂਹ ਫੂਕ ਕੇ ਘੱਲਦੇ ਨੇ, ਤੇ ਉਦੋਂ ਦਾ ਇਹ ਸੰਘਰਸ਼ ਜਿਹੜਾ ਇੱਕ ਮਿਲਟਰਾਈਜੇਸ਼ਨ ਆਫ ਸਿੱਖੀ ਹੈ ਜਿਹੜੀ ਉਹ ਹੋ ਚੁੱਕੀ ਸੀਗੀ। ਲੇਕਿਨ ਇੱਥੇ ਮੇਰਾ ਇੱਕ ਨਾਲ ਸਵਾਲ ਵੀ ਲੈ ਲਿਓ ਕਿ ਜਿਹੜਾ ਜੱਸਾ ਸਿੰਘ ਰਾਮਗੜੀਆ ਦਾ ਦਾਦਾ ਸੀਗਾ ਸਰਦਾਰ ਹਰਦਾਸ ਸਿੰਘ, ਉਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਸਿਪਾਹੀ ਸੀਗੇ, ਔਰ ਨਾਲ ਹੀ ਉਹਨਾਂ ਦੇ ਜਿਹੜੇ ਫਾਦਰ ਸੀਗੇ ਗਿਆਨੀ ਭਗਵਾਨ ਸਿੰਘ, ਉਹ ਉਸ ਸਮੇਂ ਦੇ ਉੱਘੇ ਧਾਰਮਿਕ ਪ੍ਰਚਾਰਕ ਸੀਗੇ। ਤੇ ਉਹ ਸਾਰਾ ਇੱਕ ਪਿਛੋਕੜ ਜਿਹੜਾ ਹੈਗਾ ਕਿਤੇ ਨਾ ਕਿਤੇ ਉਹ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਨਾਲ ਵੀ ਜੁੜਦਾ। ਬਾਬਾ ਬੰਦਾ ਬਹਾਦਰ ਦੀ ਜਿਹੜੀ ਫੌਜ ਸੀ ਉਹਦੇ ਵਿੱਚ ਵੀ ਉਹ ਲੜੇ। ਇਹਨਾਂ ਦੇ ਜਿਹੜੇ ਬਾਬਾ ਸੀਗੇ, ਦਾਦਾ ਸੀਗੇ ਸਰਦਾਰ ਹਰਦਾਸ ਸਿੰਘ, ਤੇ ਉਹਨਾਂ ਨੇ ਸ਼ਹੀਦੀ ਵੀ ਉਸੇ ਲੜਾਈ 'ਚ ਪਾਈ। ਬਾਬਾ ਬੰਦਾ ਬਹਾਦਰ ਤੁਸੀਂ ਜ਼ਿਕਰ ਕੀਤਾ, ਮੈਨੂੰ ਤਾਂ ਯਾਦ ਆ ਗਿਆ ਕਿ ਉਹ ਵੀ ਇਹਦੇ ਨਾਲ ਹੀ ਜੁੜਦਾ। ਤੇ ਇਹਨੂੰ ਜੀ ਨਹੀਂ, ਬਿਲਕੁਲ ਸਾਨੂੰ ਇਹ ਲੜੀ ਵਿੱਚ ਹੀ ਵੇਖਣਾ ਚਾਹੀਦਾ। ਮੈਂ ਗੱਲ ਸਿੱਖੀ ਦੀ ਔਰ ਸਿੱਖੀ ਦਾ ਇੱਕ ਨਵਾਂ ਰੂਪ ਜਿਹੜਾ ਖਾਲਸਾ ਹੈ ਉਹਦੀ ਗੱਲ ਕੀਤੀ ਸੀ। ਤੇ ਇਹ ਜਿਹੜੀ ਜੱਦੋ ਜਹਿਦ ਹੈ ਪੂਰੀ 18ਵੀਂ ਸਦੀ ਦੀ, ਉਹ ਖਾਲਸਾ ਦੀ ਸਿਰਜਣਾ ਦੇ ਨਾਲ ਹੀ ਜੁੜੀ ਹੈ। ਤੇ ਤੁਸੀਂ ਠੀਕ ਕਿਹਾ ਕਿ ਇਹਨਾਂ ਦਾ ਵੰਸ਼ ਜਿਹੜਾ ਹੈ ਆਪਣੇ ਜੱਸਾ ਸਿੰਘ ਇਹਨਾਂ ਦੇ ਆਪਣੇ ਦਾਦਾ ਵੀ ਤੇ ਪਿਤਾ ਜੀ ਵੀ, ਇਹ ਉਹ ਦੇਖੋ ਕਿੱਤਾ ਇਹਨਾਂ ਦਾ ਵੈਸੇ ਜਿਹੜਾ ਮੰਨਿਆ ਜਾਵੇ ਤੇ ਇਹ ਤਾਂ ਜਾਤ ਦੇ ਜਿਹੜੇ ਨੇ ਉਹ ਕਿੱਤੇ ਵੱਲੋਂ ਜਿਹੜੇ ਨੇ ਤਰਖਾਣਾ ਕੰਮ ਕਰਦੇ ਸੀ। ਇਹਨਾਂ ਨੂੰ ਜੱਸਾ ਸਿੰਘ ਠੋਕਾ ਵੀ ਕਿਹਾ ਜਾਂਦਾ ਸੀਗਾ। ਲੇਕਿਨ ਜਿਹੜੀ ਲੋੜ ਹੈ ਉਸ ਵੇਲੇ ਦੀ, ਇੱਕ ਮੈਂ ਗੱਲ ਹੁਣੇ ਹੀ ਕਰ ਦੇਵਾਂ ਕਿ ਇੱਕ ਮਾਰਕੀਟ ਜਿਹੜੀ ਹੈ ਨਾ ਮਿਲਟਰੀ ਦੀ ਉਹ ਖੜੀ ਹੋ ਚੁੱਕੀ ਹੈਗੀ। ਇਹ ਪੂਰੀ ਉਥਲ ਦੇ ਵਿੱਚ, ਕਿਉਂਕਿ ਵੱਖ-ਵੱਖ ਤਾਕਤਾਂ ਜਿਹੜੀਆਂ ਨੇ ਲੜ ਰਹੀਆਂ ਨੇ, ਉਹਨਾਂ ਨੂੰ ਲੜਨ ਵਾਸਤੇ ਲੜਾਕੂਆਂ ਦੀ ਲੋੜ ਹੁੰਦੀ ਹੈ, ਤੇ ਸਿਪਾਹੀਆਂ ਦੀ ਲੇਬਰ, ਉਹ ਇੱਕ ਲੇਬਰ ਜਿਹੜੀ ਆ ਇੱਕ ਮਾਰਕੀਟ ਖੜੀ ਹੁੰਦੀ ਹੈ ਉਸ ਦੌਰ ਦੇ ਵਿੱਚ। ਤੇ ਹੁਣ ਆਪਾਂ ਇਹਦੀ ਗੱਲ ਕਹੀਏ ਕਿ ਇਹ ਤਾਂ ਆਪਣੇ ਜੁੱਸੇ ਵਾਸਤੇ, ਆਪਣੀ ਆਜ਼ਾਦੀ ਵਾਸਤੇ ਲੜਨ ਵਾਸਤੇ ਗੁਰੂ ਸਾਹਿਬ ਨੇ ਤਿਆਰ ਕੀਤੇ ਸੀ। ਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਜੱਸਾ ਸਿੰਘ ਰਾਮਗੜੀਏ ਦਾ ਜਿਹੜਾ 1748 ਦੀ ਗੱਲ ਕਰੀਏ, ਉਹ ਜਦੋਂ ਮੱਧ ਆਪਣੀ 18ਵੀਂ ਸਦੀ ਹੈ, ਤੇ ਰਾਮ ਰੌਣੀ ਦਾ ਜਿਹੜਾ ਅੰਮ੍ਰਿਤਸਰ ਦਾ ਕਿਲ੍ਹਾ ਉਹਦੇ ਵਿੱਚ ਸਿੱਖਾਂ ਦੀ ਘੇਰਾਬੰਦੀ ਹੋ ਜਾਂਦੀ ਹੈ, ਕਿਉਂਕਿ ਪਿੱਛਾ ਕਰਦੇ ਰਹਿੰਦੇ ਸੀਗੇ। ਤੇ ਜਿਹੜਾ ਉਦੋਂ ਗੱਲ ਚੱਲਦੀ ਰਹੀ ਹੈ ਕਿ ਬਈ ਪੱਤਾ ਸਿੱਖਾਂ ਦਾ ਵੈਰੀ ਸੀਗਾ, ਮੁਗਲਾਂ ਵੱਲੋਂ ਇਹ ਚੜ੍ਹਾਈਆਂ ਰਹਿੰਦੀਆਂ ਸੀ। ਉਧਰੋਂ ਅਫਗਾਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵੀ ਉਹ ਪਹਿਲਾ ਦੌਰ ਆ ਜਦੋਂ ਉਹਨੇ ਵੀ ਆਉਣਾ ਸ਼ੁਰੂ ਕਰ ਦਿੱਤਾ। ਤੇ ਇਹ ਕਸ਼ਮਕਸ਼ ਦਾ ਦੌਰ ਹੈ। ਇਹ ਬੜੀ ਜਿਹੜੇ ਵੀ ਸੱਤਾ ਵਿੱਚ ਨੇ ਉਹਨਾਂ ਵਾਸਤੇ ਵੀ ਬੜਾ ਐਂਗਜ਼ਾਇਟੀ ਵਾਲਾ ਵਾ, ਤਹਿ ਵਾਲਾ, ਔਰ ਦੂਸਰਿਆਂ ਵਾਸਤੇ ਤਾਂ ਤਸ਼ੱਦਦ ਵਾਲਾ ਵੀ ਰਿਹਾ, ਜਿਵੇਂ ਸਿੱਖਾਂ ਦੀ ਗੱਲ ਕਰੀਏ।
ਤੇ ਗੱਲ ਵੇਖੀਏ ਕਿ ਜਿਹੜਾ 1748 ਦਾ ਘੇਰਾਬੰਦੀ ਆ ਸਿੱਖਾਂ ਦੀ, 500 ਸਿੱਖ ਸਨ, ਇਹ ਛੋਟੀ ਜੀ ਕੱਚੀ ਗੜੀ ਸੀ ਅੰਮ੍ਰਿਤਸਰ ਦੇ ਵਿੱਚ, ਜਿਹਦੇ ਵਿੱਚ ਉਹਨਾਂ ਦੀ ਘੇਰਾਬੰਦੀ ਕਰਕੇ ਤੇ ਮਹੀਨੇ ਤੱਕ ਉਹ ਚਲਾਈ ਗਈ। ਇਹ ਜਿਹੜਾ ਲਾਹੌਰ ਦਾ ਸੂਬੇਦਾਰ ਆ ਉਹਨੇ ਕਰਵਾਈ ਸੀ, ਲੇਕਿਨ ਇਹਦੀ ਕਮਾਂਡ ਵਿੱਚ ਉਹਨੂੰ ਘੇਰਾਬੰਦੀ ਵਿੱਚ ਜਿਹੜਾ ਜਲੰਧਰ ਦਾ ਫੌਜਦਾਰ ਸੀ ਅਦੀਨਾ ਬੇਗ, ਉਹਨੂੰ ਘੇਰਾਬੰਦੀ ਵਿੱਚ ਉਹ ਅਗਵਾਈ ਕਰ ਰਿਹਾ ਸੀਗਾ। ਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਹੜੀ ਸ਼ੁਰੂਆਤ ਜੱਸਾ ਸਿੰਘ ਰਾਮਗੜੀਆ ਦੀ, ਉਹ ਐਜ਼ ਫੌਜੀ ਤਾਂ ਹੁੰਦੀ ਹੈ, ਲੇਕਿਨ ਇੱਕ ਤਹਿਸੀਲਦਾਰ ਦੀ ਵੀ ਉਹਦੇ 4 ਸਾਲ ਇਹਨਾਂ ਨੇ 4 ਭਰਾਵਾਂ ਨੇ ਅਦੀਨਾ ਬੇਗ ਦੇ ਸਰਵਿਸ ਵਿੱਚ ਰਹੇ ਨੇ। ਇਹ ਉਹ ਦੌਰ ਹੈ, ਇਹਦਾ ਮੁੱਢਲਾ ਦੌਰ ਜਿਹੜਾ ਵੱਜਦਾ ਨਾ। ਹੁਣ ਗੱਲ ਇਹ ਆ ਕਿ ਕੋਈ ਵੀ ਜਿਹੜੀ ਸਿੱਖੀ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਕਿ ਜਾਤ ਦੇ ਕਿੱਤਿਆਂ ਨਾਲੋਂ ਤੋੜ ਕੇ ਸਿਪਾਹੀ ਯੋਧੇ ਬਣਾਉਣ ਦੀ ਗੱਲ ਕਰ ਦਿੱਤੀ। ਤੇ ਇਹਦੇ ਵਿੱਚ ਵੇਖੋ ਕਿ ਜਿਹੜੇ ਆਪਣੇ ਕਿੱਤਿਆਂ ਨੂੰ ਛੱਡ ਕੇ, ਭਾਵੇਂ ਆਹਲੂਵਾਲੀਆ ਦੀ ਗੱਲ ਕਰੀਏ, ਜੱਸਾ ਸਿੰਘ ਆਹਲੂਵਾਲੀਆ ਦੀ, ਕਿ ਉਹਨਾਂ ਦਾ ਕਿੱਤਾ ਤਾਂ ਸ਼ਰਾਬ ਕੱਢਣਾ ਕਲਾਲ ਸੀ ਨਾ, ਉਹ ਫਿਰ ਇਹ ਫੌਜ ਵਿੱਚ ਆ ਗਏ ਤੇ ਆਪਣੀਆਂ ਚੜਾਈਆਂ ਤੇ ਮਾਰਾਂ ਕਰਦੇ ਰਹੇ। ਇਹ ਇੰਟਰਸਟਿੰਗ ਗੱਲ ਆ। ਇਸ 18ਵੀਂ ਸਦੀ ਦਾ ਇੱਕ ਪੱਖ ਜਿਹੜਾ ਸਿੱਖੀ ਦੇ ਨਾਲ ਜੁੜਿਆ ਹੋਇਆ ਕਿ ਉੱਥੇ ਜਾਤ ਦੇ ਨਾਲ ਇਹ ਜਿਹੜੇ ਕਿੱਤੇ ਨੇ ਉਹਨਾਂ ਤੋਂ ਆਜ਼ਾਦ ਕਰ ਦਿੱਤਾ ਸੀਗਾ, ਗੁਰੂਆਂ ਨੇ ਕਰ ਦਿੱਤਾ ਸੀ। ਉਹ ਪੈੜ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ, ਲੇਕਿਨ ਉਹਦੀ ਬਾਅਦ ਵਿੱਚ ਵੀ ਗੱਲ ਕਰਦੇ ਆ। ਲੇਕਿਨ ਇਹ ਜਿਹੜਾ ਸਾਡਾ ਪੰਜਾਬ ਦਾ ਵੈਸੇ ਹੀ ਖਿੱਤਾ ਹੈ, ਪ੍ਰਦੇਸ਼ ਹੈ, ਭੂਮੀ ਹੈ, ਇਹਦੀ ਆਪਣੀ ਖਾਸੀਅਤ ਰਹੀ ਆ ਕਿ ਇਹਦੇ ਵਿੱਚ ਜੁੱਸਾ ਜਿਹੜਾ ਲੜਨ ਦਾ, ਭਿੜਨ ਦਾ, ਉਹ ਪੁਰਾਣੇ ਜ਼ਮਾਨੇ ਤੋਂ ਰਿਹਾ, ਕਿਉਂਕਿ ਇੱਥੇ ਹੀ ਆਉਂਦੇ ਜਾਂਦੇ ਸੀ ਧਾੜਵੀ ਹਰ ਕਿਸਮ ਦੇ, ਭਾਵੇਂ ਉਹ ਆਰੀਆ ਆਏ ਹੋਣ ਜਾਂ ਦੂਸਰੇ ਕੁਸ਼ਾਨ ਆਏ ਹੋਣ ਜਾਂ ਮੁਗਲ ਆਏ। ਹਾਂਜੀ, ਤੇ ਇਹਦੇ ਇੰਟਰਸਟਿੰਗ ਗੱਲ ਹੈ ਕਿ ਸਿੱਖਾਂ ਦੀ ਤੇ ਆਪਾਂ 18ਵੀਂ ਸਦੀ ਵਿੱਚ ਗੱਲ ਕਰ ਹੀ ਰਹੇ ਹਾਂ, ਤੇ ਵਿਦਰੋਹ ਜਿਹੜਾ ਸਟੇਟ ਦੇ ਸਾਹਮਣੇ ਇਹ ਖੜਾ ਹੁੰਦਾ ਰਿਹਾ। ਦੁੱਲਾ ਭੱਟੀ ਦਾ ਵੱਡਾ ਇੱਕ ਖੇਤੀਬਾੜੀ ਪੇਜ਼ੈਂਟਸ ਦਾ, ਕਿਸਾਨਾਂ ਦਾ ਵਿਦਰੋਹ ਹੈਗਾ, ਜਿਹੜਾ ਅਕਬਰ ਨੂੰ ਇੱਥੇ 15 ਸਾਲ ਲਾਹੌਰ ਵਿੱਚ ਬਿਤਾਉਣੇ ਪਏ ਸੀ। ਤੇ ਇੱਕ ਪਿਛੋਕੜ ਹੈਗਾ ਜਿਹਦੇ ਵਿੱਚ ਸਿੱਖੀ ਪਣਪ ਰਹੀ ਆ, ਇੱਕ ਆਪਣਾ ਇਹ ਰੂਪ ਲੈ ਰਹੀ ਹੈ ਜਿਹੜਾ ਖਾਲਸੇ ਦਾ ਵਾ, ਲੜਾਕੂਆਂ ਦਾ, ਯੋਧਿਆਂ ਦਾ ਹੈ। ਤੇ ਇਹ ਜਿਹੜੀ ਗੱਲ ਮਿਲੀਟਰਾਈਜੇਸ਼ਨ ਦੀ ਹੈ, ਇਹ ਪੂਰੀ 18ਵੀਂ ਸਦੀ ਦੇ ਵਿੱਚ ਚੱਲਦੀ ਹੈ। ਹੁਣ ਇੱਥੇ ਮੁਗਲ ਵੀ ਆਪਣਾ ਅੱਡਾ ਜਮਾ ਕੇ ਬੈਠੇ ਆ, ਲੇਕਿਨ ਉਹਨਾਂ ਦਾ ਪਤਨ ਹੋ ਰਿਹਾ, ਅਫਗਾਨਾਂ ਦੇ ਹਮਲੇ ਹੋ ਰਹੇ, ਅਹਿਮਦ ਸ਼ਾਹ ਅਬਦਾਲੀ ਦੇ, ਤੇ ਇਹ ਬਿਲਕੁਲ ਜਿਹੜਾ ਅਰਾਜਕਤਾ ਵਾਲੀ ਹਾਲਤ ਵੀ ਹੈ। ਤੇ ਇਸੇ ਕਰਕੇ ਜਦੋਂ ਉਹਨਾਂ ਤੇ ਸਿੱਖਾਂ ਤੇ ਜ਼ਿਆਦਾ ਪ੍ਰੈਸ਼ਰ ਪੈਂਦਾ ਤੇ ਉਹ ਪਹਾੜਾਂ ਨੂੰ ਜਾਂ ਰਾਜਸਥਾਨ ਨੂੰ ਉਧਰ ਵੀ ਜਾਂਦੇ ਨੇ, ਸਾਰੇ ਨਹੀਂ ਜਾਂਦੇ, ਲੇਕਿਨ ਵੱਡੀ ਤਾਦਾਦ ਵਿੱਚ ਜਾਂਦੇ ਨੇ। ਹੁਣ ਗੱਲ ਇਹ ਵੇਖਣ ਵਾਲੀ ਹੈ ਕਿ ਜਿਹੜੇ ਸਾਡੇ ਕੋਲ ਨੈਰੇਟਿਵ ਘੜੇ ਗਏ ਨੇ ਨਾ 200-250 ਸਾਲ, ਖਾਸ ਕਰਕੇ ਇਤਿਹਾਸ ਨੂੰ ਲੈ ਕੇ, ਉਹਦੇ ਵਿੱਚ ਸਮਝਣਾ ਚਾਹੀਦਾ ਕਿ ਇਹ ਜਿਹੜਾ ਖਾਸ ਕਰਕੇ ਮੁਸਲਮਾਨਾਂ ਤੇ ਸਿੱਖਾਂ ਵਿੱਚ ਇੱਕ ਟੈਨਸ਼ਨ ਔਰ ਕੌਨਫਲਿਕਟ ਔਰ ਦੁਸ਼ਮਣੀ ਦਿਖਾਈ ਜਾਂਦੀ ਹੈਗੀ, ਉਹ ਮੈਨੂੰ ਲੱਗਦਾ ਕਿ ਸਾਨੂੰ ਦੁਬਾਰਾ ਸਮਝਣ ਦੀ ਲੋੜ ਹੈਗੀ। ਇਸੇ ਤਰੀਕੇ ਨਾਲ ਕਿਉਂਕਿ ਹਿੰਦੂਆਂ ਨੇ ਕੁਝ ਜਿਹੜੇ ਅਹੁਦੇਦਾਰ ਸੀ ਉਹਨਾਂ ਨੇ ਵੀ ਸੂਬੇਦਾਰਾਂ ਨਾਲ ਮਿਲ ਕੇ ਤੇ ਕੁਝ ਇਹੋ ਜਿਹੇ ਕੰਮ ਕੀਤੇ, ਲੇਕਿਨ ਸਾਰੇ ਹਿੰਦੂ ਜਾਂ ਸਾਰੇ ਮੁਸਲਮਾਨ ਤੇ ਉਸ ਤਰੀਕੇ ਦੇ ਨਹੀਂ ਸੀ ਹੈਗੇ ਨਾ, ਉਹ ਤੇ ਗੁਣੇ ਚੁਣੇ ਹੋ ਸਕਦੇ ਸੱਤਾ ਦੇ ਨਾਲ ਜੁੜੇ ਹੋਏ ਸੀ। ਇਹ ਜਿਹੜੇ ਸਾਡੇ ਕੋਲ ਵੱਡੇ ਨੈਰੇਟਿਵ ਨੇ। ਔਰ ਫਿਰ ਗੱਲ ਇਹ ਕੀਤੀ ਜਾਂਦੀ ਹੈ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਬੰਦਾ ਬਹਾਦਰ ਤੋਂ ਉਹ ਏਕਾ ਕਰਕੇ ਚੱਲਦੇ ਨੇ, 6 ਸਾਲ ਰਾਜ ਵੀ ਰਹਿੰਦਾ, ਸੱਤਾ ਤਬਦੀਲੀ ਵੀ ਆਉਂਦੀ ਹੈ, ਲੇਕਿਨ ਉਹ ਖਿੰਡ ਪੁੰਡ ਜਾਂਦੀ ਹੈ, ਉਹਨਾਂ ਦਾ ਕਤਲੇਆਮ ਹੋ ਜਾਂਦਾ। ਲੇਕਿਨ ਗੱਲ ਇਹ ਹੈ ਕਿ ਇੱਕ ਵਾਰੀ ਜਦੋਂ ਉਥਲ ਪੁਥਲ ਹੋ ਗਈ ਤੇ ਉਹਦੇ ਵਿੱਚ ਲੁੱਟਾਂ ਖਸੁੱਟ ਹੁੰਦੀ ਹੈ। ਹੁਣ ਗੱਲ ਇਹ ਵੀ ਕਰ ਲਵਾਂ ਕਿ ਇੱਕ ਈਰਾਨ ਦਾ ਬਾਦਸ਼ਾਹ ਸੀ ਜਿਹੜਾ ਉੱਥੋਂ ਈਰਾਨ ਦਾ 1739 ਵਿੱਚ ਦਿੱਲੀ ਤੇ ਚੜ੍ਹਾਈ ਕਰਦਾ ਤੇ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਲੁੱਟਮਾਰ ਕਰਕੇ ਤੇ ਉਹ ਕੋਹਿਨੂਰ ਹੀਰਾ ਵੀ ਲੈ ਜਾਂਦਾ। ਫਿਰ ਕੋਹਿਨੂਰ ਹੀਰਾ ਜਿਹੜਾ ਉਹ ਅਫਗਾਨ ਉਹਨਾਂ ਤੋਂ ਖੋਹ ਲਿਆਉਂਦੇ ਨੇ ਤੇ ਅਫਗਾਨ ਤੋਂ ਅਹਿਮਦ ਸ਼ਾਹ ਦੇ ਮੁੰਡੇ ਸ਼ਾਹ ਸੁਜਾ ਕੋਲੋਂ ਇਹ ਰਣਜੀਤ ਸਿੰਘ ਵੀ ਖੋਹ ਲੈਂਦਾ। ਮੈਂ ਕਹਿੰਦਾ ਕਿ ਇਹ ਲੁੱਟ ਖਸੁੱਟ ਦਾ ਇਹੋ ਜਿਹਾ ਚੱਲ ਰਿਹਾ, ਦੌਰ ਚੱਲ ਰਿਹਾ। ਤੇ ਇਹਦੇ ਵਿੱਚ
ਜਿਹੜਾ ਜਜ਼ਬਾ ਹੈਗਾ ਆਪਾਂ ਯੁੱਧ ਕਰਨ ਦਾ, ਸਿਰ ਕਟਾਉਣ ਦਾ, ਉਹ ਗੁਰੂ ਸਾਹਿਬ ਨੇ ਇਹ ਪਹਿਲ ਕਦਮੀ ਕਰ ਹੀ ਦਿੱਤੀ ਸੀਗੀ। ਤੇ ਮੈਂ ਗੱਲ ਇਹਦੇ ਨਾਲ ਇਹ ਵੀ ਕਰਦਾ ਵਾਂ ਕਿ ਜਿਹੜੀ ਏਕੇ ਵਾਲੀ ਗੱਲ ਹੈ ਨਾ, ਇਕੱਠ ਵਾਲੀ ਗੱਲ ਆ ਜਾਂ ਪੰਥ ਦੀ ਗੱਲ ਚੱਲਦੀ ਸੀ, ਉਹ ਐਡੀ ਸੌਖੀ ਨਹੀਂ ਸੀਗੀ। ਆਪਸੀ ਇਹਨਾਂ ਦੇ ਟਕਰਾਅ ਬਹੁਤ ਸੀ। ਹੁਣ ਆਪਾਂ ਜੇ ਜੱਸਾ ਸਿੰਘ ਰਾਮਗੜੀਆ ਜੀ ਦੀ ਗੱਲ ਕਰੀਏ, ਪ੍ਰੋਫੈਸਰ ਇੱਥੇ ਥੋੜਾ ਜਿਹਾ ਮੈਂ ਚਾਹੁੰਦਾ ਕਿ ਇਸ ਗੱਲ ਦਾ ਵੀ ਵਿਸਥਾਰ ਦੱਸੋ ਕਿ ਜਿਹੜੀਆਂ ਮਿਸਲਾਂ ਬਣੀਆਂ ਕਿੱਦਾਂ, ਤੇ ਇਹ ਸਾਰਾ ਜਿਹੜਾ ਕਿਹੜੇ ਕਿਹੜੇ ਮਿਸਲਦਾਰ ਸੀ, ਕਿਹੜੀਆਂ ਵੱਡੀਆਂ ਮਿਸਲਾਂ ਉਦੋਂ ਜਿਹੜੀਆਂ ਸਥਾਪਿਤ ਹੋਈਆਂ? ਇਹ ਗੱਲ ਵੇਖੋ 1744 ਦੇ ਲਾਗੇ ਛਾਗੇ ਪਹਿਲਾਂ 5 ਦਲ ਵੱਜਦੇ ਨੇ, ਜਿਹਦੇ ਵਿੱਚ ਨਵਾਬ ਕਪੂਰ ਸਿੰਘ ਹੈ, ਵੀਰ ਸਿੰਘ ਰੰਘਰੇਟਾ ਵੀ ਹੈ, ਦੂਸਰੇ 5 ਕੁ ਦਲ ਹੈਗੇ ਸੀ। ਫਿਰ ਉਹ ਇੱਕ ਸਪੇਸ ਜਿਹੜੀ ਆ ਖੜੀ ਹੁੰਦੀ ਆ ਕਿ ਬਈ ਇੱਕ ਤੀਸਰੀ ਧਿਰ ਵੀ ਜਿਹੜੀ ਆ ਉਹ ਆ ਗਈ ਹੈ ਸੱਤਾ ਦੇ ਉਹਦੇ ਵਿੱਚ। ਅਫਗਾਨ ਹੈਗੇ ਨੇ ਤੇ ਫਿਰ ਇਹ ਆਪਣੇ ਮੁਗਲ ਹੈਗੇ ਨੇ, ਔਰ ਟੈਨਸ਼ਨ ਇਹਨਾਂ ਦੇ ਵਿੱਚ ਵੀ ਚੱਲ ਰਹੀ ਹੈ, ਤੇ ਫਿਰ ਸਿੱਖ ਵੀ ਖੜੇ ਹੋ ਜਾਂਦੇ ਨੇ। ਤੇ ਇਹ ਜਿਹੜੀ ਦਲਾਂ ਤੋਂ ਮਿਸਲਾਂ ਵਿੱਚ ਤਬਦੀਲੀ ਹੋਣ ਦੀ ਗੱਲ ਆ, ਇਹਨੂੰ ਘੱਟੋ ਘੱਟ 15-16 ਸਾਲ ਲੱਗ ਜਾਂਦੇ ਨੇ। 1760 ਤੋਂ ਬਾਅਦ ਮਿਸਲਾਂ ਵੱਜਦੀਆਂ ਨੇ। ਤੇ ਹੁਣ ਆਪਾਂ ਉਹਦੀ ਗੱਲ ਕਰ ਲਈਏ ਕਿ ਰਾਮ ਰੌਣੀ ਦੇ ਕਿਲੇ ਤੇ ਜਦੋਂ 1748 ਵਿੱਚ ਕਿਲਾ ਘੇਰਾਬੰਦੀ ਹੋਈ ਸੀ, ਤੇ ਇਹ ਇਹਨਾਂ ਦੀ ਆਪਣੀ ਮੁਗਲ ਫੌਜ ਦੇ ਵਿੱਚ ਇੱਕ ਤਰੀਕੇ ਦੇ ਨਾਲ ਨੌਕਰੀ ਕਰਦੇ ਸੀਗੇ। ਠੀਕ ਹੈ, ਹੁਣ ਇਹ ਕਹਿ ਦਈਏ ਕਿ ਸਾਰੇ ਸਿੱਖ ਜਿਹੜੇ ਆ ਉਹ ਕਦੀ ਵੀ ਉਹਨਾਂ ਨੇ ਚਾਕਰੀ ਨਹੀਂ ਕੀਤੀ, ਨੌਕਰੀ ਨਹੀਂ ਕੀਤੀ, ਇਹ ਭੁਲੇਖਾ ਕੱਢ ਦੇਣਾ ਚਾਹੀਦਾ। ਆਹਲੂਵਾਲੀਆਂ ਨੇ ਵੀ ਕੁਝ ਕੀਤਾ ਸੀਗਾ, ਔਰ ਸਾਡੇ ਕੋਲ ਆਲਾ ਸਿੰਘ ਪਟਿਆਲੇ ਵਾਲੇ ਤੇ ਬਹੁਤ ਹੈਗੇ ਨੇ ਕਿਸੇ ਕਿ ਬਈ ਉਹਨਾਂ ਨੇ ਬਹੁਤ ਸਾਰੀ ਅਹਿਮਦ ਸ਼ਾਹ ਅਬਦਾਲੀ ਕੋਲੋਂ ਉਹ ਵੀ ਦਿੰਦੇ ਰਹੇ, ਉਹਨਾਂ ਦੀ ਨੌਕਰ ਵੀ ਰਹੇ। ਖੈਰ ਐਨੀ ਹਾਓ, ਗੱਲ ਇਹ ਆ ਕਿ ਇੱਕ ਜੁੱਟਤਾ ਦੀ ਜਿਹੜੀ ਗੱਲ ਹੈ ਨਾ, ਇਹ ਹੁੰਦੀ ਤਾਂ ਹੁੰਦੀ ਜੇ ਵੱਖ-ਵੱਖ ਮਿਸਲਾਂ ਨਾ ਵੱਜਦੀਆਂ। ਉਹ ਪੰਥ ਦੀ ਜਿਹੜੀ ਆਪਣੇ ਬੰਦਾ ਸਿੰਘ ਬਹਾਦਰ ਵਾਲੀ ਗੱਲ ਸੀ, ਉਹ ਤਾਂ ਖਤਮ ਹੋ ਗਈ। ਖਿੰਡ ਪੁੰਡ ਜਿਹੜੀ ਉਹ ਗਈ ਸ਼ਕਤੀ। ਲੇਕਿਨ ਹੌਲੀ ਹੌਲੀ ਇਹ ਆਪਣੇ ਇੱਕ ਲੁੱਟਾਂ ਖੋਹਾਂ ਕਰਦੇ ਨੇ, ਘੋੜੇ ਲਿਆਉਂਦੇ ਨੇ, ਫਿਰ ਆਪਣੇ ਆਪ ਨੂੰ ਆਪਣੇ ਵੱਖ-ਵੱਖ ਥਾਵਾਂ ਵਿੱਚ ਖੜੇ ਹੁੰਦੇ ਨੇ। ਤੇ ਇਹ ਜਿਹੜੇ ਆਪਣੇ ਜੱਸਾ ਸਿੰਘ ਰਾਮਗੜੀਆ ਦਾ ਇਲਾਕਾ, ਇਹ ਪਹਿਲਾਂ ਤਾਂ ਇਹਨਾਂ ਕੋਲ 3-4 ਪਿੰਡ ਸੀ ਆ ਜਿਹੜੇ ਅੰਮ੍ਰਿਤਸਰ ਦੇ ਲਾਗੇ ਨੇ, ਵੇਰਕਾ ਵਾ, ਵੱਲਾ ਵਾ, ਇਹ ਲਾਗੇ ਛਾਗੇ ਦੇ ਇਹ ਸੀਗੇ। ਫਿਰ ਇਹਨਾਂ ਦੀ ਜਦੋਂ ਤਾਕਤ ਵੱਧਦੀ ਹੈ ਤੇ ਇਹ ਬਟਾਲਾ, ਕਲਾਨੌਰ, ਫਿਰ ਉਧਰ ਸਿਆਲਕੋਟ, ਔਰ ਬਹੁਤ ਸਾਰਾ ਜਿਹੜਾ ਬਿਆਸ ਦੇ ਕੰਢੇ ਬਹੁਤ ਸਾਰਾ ਇਲਾਕਾ ਵਸਿਆ ਸੀਗਾ, ਉਹ ਜਿੱਤਦੇ ਨੇ। ਤੇ ਆਪਣੀ ਜਿਹੜੀ ਰਾਜਧਾਨੀ ਹੈ ਇਹ ਹਰਗੋਬਿੰਦਪੁਰ, ਹਾਂਜੀ, ਫਿਰ ਹਰਗੋਬਿੰਦ ਸਾਹਿਬ ਦੇ ਨਾਂ ਤੇ ਜਿਹੜਾ ਵਸਿਆ ਪਿਆ ਨਾ, ਉਹ ਉਹਦੀ ਬਣਾ ਲੈਂਦੇ ਨੇ। ਇਹ ਫਿਰ ਗੱਲ ਇਹ ਆ ਕਿ ਇੱਕ ਮਿਸਲ ਨਹੀਂ ਹੈਗੀ, ਬਹੁਤ ਸਾਰੀਆਂ ਨੇ। ਤੇ ਇਹਦੇ ਵਿੱਚ ਕਨਈਆ ਮਿਸਲ ਹੈ, ਤੇ ਉਹ ਇਹਨਾਂ ਦੇ ਨਾਲ ਟੈਨਸ਼ਨ ਵੀ ਚੱਲਦੀ ਹੈ, ਤੇ ਬਟਾਲਾ ਉਹ ਇਹਨਾਂ ਦੇ ਕੋਲੋਂ ਲੈ ਲੈਂਦੇ ਨੇ। ਇਸੇ ਤਰੀਕੇ ਨਾਲ ਇਹ ਖਿੰਡ ਪੁੰਡ ਜਿਹੜੀ ਇਹ ਚੱਲਦੀ ਰਹਿੰਦੀ ਹੈ। ਜੱਸਾ ਸਿੰਘ ਰਾਮਗੜੀਆ ਬਹੁਤ ਵੱਡਾ ਯੋਧਾ ਸੀ। ਇਹਦੇ 5 ਭਰਾ ਸੀ। 4 ਭਰਾ ਤੇ ਪਹਿਲਾਂ ਮੁਗਲਾਂ ਦੀ ਫੌਜ ਵਿੱਚ ਰਹੇ ਨੇ, ਤੇ ਫਿਰ ਇਹਨਾਂ ਨੇ ਆਪਣਾ ਰਾਹ ਜਿਹੜਾ ਆਜ਼ਾਦੀ ਦਾ, ਉਹ ਆਜ਼ਾਦਾਨਾ ਤੌਰ ਤੇ ਖੜਾ ਕਰ ਲਿਆ। ਔਰ ਇਹਨੇ ਫਿਰ ਸਤਲੁਜ ਕੀ ਯਮੁਨਾ ਪਾਰ ਕਰਕੇ ਵੀ ਬਹੁਤ ਸਾਰੇ ਇਲਾਕੇ ਉਧਰ ਦੇ, ਜਿਹੜੀ 1783 ਦੀ ਦਿੱਲੀ ਮਾਰਨ ਵਾਲੀ ਗੱਲ ਹੈ, ਉੱਥੇ ਟੈਨਸ਼ਨ ਵੀ ਚੱਲਦੀ ਆ ਆਹਲੂਵਾਲੀਆ ਤੇ ਇਹਨਾਂ ਦੇ ਵਿੱਚ। ਆਪਸੀ ਜਿਹੜੀ ਤਣਾਅ ਹੈਗਾ, ਉਹ ਜੱਸਾ ਸਿੰਘ ਆਹਲੂਵਾਲੀਆ ਨੂੰ ਇੱਕ ਵਾਰੀ ਇਹਦਾ ਭਰਾ ਜਿਹੜਾ ਹੈ ਉਹ ਮਾਲੀ ਸਿੰਘ, ਉਹ ਫੜ ਕੇ ਲੈ ਜਾਂਦਾ, ਕੈਦ ਕਰ ਲੈਂਦਾ ਅਚਲ ਤੋਂ, ਤੇ ਹਰਗੋਬਿੰਦਪੁਰ ਲੈ ਜਾਂਦੇ ਨੇ। ਤੇ ਉਹ ਫਿਰ ਬੜੇ ਸਤਿਕਾਰ ਨਾਲ ਜੱਸਾ ਸਿੰਘ ਰਾਮਗੜੀਆ ਉਹਨਾਂ ਨੂੰ ਛੱਡਦੇ ਨੇ ਕਿ ਕੋਈ ਨਹੀਂ, ਆਪਾਂ ਇੱਕੋ ਹੀ ਆ। ਗੱਲ ਤਾਂ ਪੰਥ ਦੀ ਵੀ ਚੱਲਦੀ ਹੈ। ਹੁਣ ਵੇਖੋ, ਗੱਲ ਪੰਥ ਦੀ ਜਿਹੜੀ ਚੱਲਦੀ ਆ, ਉਹ ਰਹਿਤਨਾਮੇ ਜਿਹੜੇ ਗੁਰੂਆਂ ਦੇ ਕਹੇ ਗਏ ਸੀ ਕਿ ਵੀ ਉਹਨਾਂ ਨੇ ਰਹਿਤ ਤੇ ਕੁਰੈਤ ਦੱਸੀ ਆ, ਉਹ ਵੀ ਨਾਲ ਨਾਲ ਚੱਲਣ ਡੇ ਨੇ। ਤੇ ਗੁਰਮਤੇ ਜਿਹੜੇ ਪਾਸ ਕੀਤੇ ਜਾਂਦੇ ਸੀ ਜਦੋਂ ਅਬਦਾਲੀ ਦੇ ਹਮਲੇ ਹੁੰਦੇ ਸੀ, ਉਹ ਲੋਕ ਇਕੱਠੇ ਹੋ ਕੇ ਅਕਾਲ ਤਖਤ ਤੇ ਵੀ ਗੱਲਾਂ ਕਰ ਲੈਂਦੇ ਸੀ। ਲੇਕਿਨ ਆਪਣੀਆਂ ਆਪਣੀਆਂ ਇਹ ਮੱਲਾਂ ਜਿਹੜੀਆਂ ਮਾਰੀਆਂ ਹੋਈਆਂ ਸੀ, ਉਹਨਾਂ ਦੇ ਵੱਲ ਇਹ ਜ਼ਿਆਦਾ ਮਿਸਲਾਂ ਦਾ ਧਿਆਨ ਚਲਾ ਗਿਆ। ਤੇ ਹੁਣ ਗੱਲ ਆਪਾਂ ਇਹਦੀ ਕਰੀਏ ਕਿ ਇਹ ਬਹੁਤ ਵੱਡਾ ਯੋਧਾ ਸੀਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹਦੇ ਨਾਲ ਹੀ ਦੂਸਰੇ ਵੀ ਯੋਧੇ ਸਨ। ਫਿਰ ਅਖੀਰ ਵਿੱਚ 9, 10 ਕੀ 12 ਮਿਸਲਾਂ ਵੱਜਦੀਆਂ ਨੇ। ਮਿਸਲਾਂ ਦਾ ਯੁੱਗ ਜਿਹੜਾ ਉਹ 1800
18ਵੀਂ ਸਦੀ ਦੇ ਅੰਤ ਵਿੱਚ ਜਿਹੜਾ ਇੱਕ ਤਰੀਕੇ ਦਾ ਖਤਮ ਹੋਣ ਲੱਗਦਾ ਹੈ, ਕਿਉਂਕਿ ਰਣਜੀਤ ਸਿੰਘ ਇੱਕ ਆਪਣਾ ਇੱਕ ਵੱਖਰਾ ਰਾਜ ਕਾਇਮ ਕਰ ਲੈਂਦਾ। ਉਹ ਭਾਵੇਂ ਵਿਆਹ ਕਰਕੇ ਮਿਸਲਾਂ ਨੂੰ ਖਤਮ ਕਰਦਾ ਜਾਂ ਹਰਾ ਕੇ ਕਰਦਾ। ਉਹਨੇ ਭੰਗੀ ਮਿਸਲ ਸਭ ਤੋਂ ਵੱਡੀ ਸੀ, ਉਹ ਵੀ ਹਰਾਈ ਤੇ ਜਿੱਤੀ ਵੀ, ਜਿਨ੍ਹਾਂ ਕੋਲ ਲਾਹੌਰ ਵੀ ਸੀ ਤੇ ਅੰਮ੍ਰਿਤਸਰ ਵੀ ਸੀਗਾ। ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆ ਜਿਹੜੇ ਅੰਦਰੂਨੀ ਪਾਵਰ ਸੱਤਾ ਦੇ ਮਸਲੇ ਨੇ, ਕੌਨਫਲਿਕਟ ਨੇ, ਉਹ ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਹਲੂਵਾਲੀਆ ਦੇ ਵਿਚਾਲੇ ਵੀ ਦਿਖਾਈ ਦਿੰਦਾ, ਕਨਈਆ ਮਿਸਲ ਦੇ ਨਾਲ ਵੀ ਦਿਖਾਈ ਦਿੰਦਾ, ਦੂਸਰੀਆਂ ਮਿਸਲਾਂ ਦੇ ਨਾਲ ਵੀ ਇੱਕ ਲਗਾਤਾਰ ਟੈਨਸ਼ਨ ਬਣੀ ਰਹਿੰਦੀ ਹੈ। ਉਹ ਵੱਡਾ ਨੈਰੇਟਿਵ ਜਿਹੜਾ ਘੜਿਆ ਗਿਆ ਸੀ, ਕਿਉਂਕਿ ਆਪਣੇ ਗੁਣ ਗਾਣ ਗਾਉਣੇ ਹੁੰਦੇ ਆ, ਸੋਲੇ ਗਾਉਣੇ ਹੁੰਦੇ ਆ, ਉਹ ਇਸ ਤਰੀਕੇ ਦੀ ਨਹੀਂ ਹੈ। ਸਾਨੂੰ ਇਹਦੇ ਸੱਤਾ ਵੱਲ ਨੂੰ ਜਿਹੜੇ ਪੈਰ ਵੱਧਦੇ ਨੇ, ਉਹਦੇ ਦੋ ਜਿਹੜੇ ਵੱਡੇ ਜਿਹੜੇ ਅਸਰ ਹੁੰਦੇ ਨੇ ਸਿੱਖੀ ਤੇ, ਜਿਹੜੇ ਕਿਉਂਕਿ ਗੁਰੂਆਂ ਦੀ ਤੇ ਬਹੁਤ ਵੱਡਾ ਜਿਹਾਦ ਸੀਗਾ ਕਿ ਬ੍ਰਾਹਮਣਵਾਦ ਦੇ ਖਿਲਾਫ, ਜਾਤ ਪਾਤ ਦੇ ਖਿਲਾਫ ਜਿਹੜਾ ਉਹਨਾਂ ਨੇ ਵੱਡੀ ਲਹਿਰ ਚਲਾਈ ਸੀ, ਬਹੁਤ ਹੱਦ ਤੱਕ ਕਾਮਯਾਬ ਰਹੇ। ਤੇ ਇਹ ਜਿਹੜੀ 18ਵੀਂ ਸਦੀ ਦੇ ਵਿੱਚ ਮਿਸਲਾਂ ਦੇ ਵੱਜਣ ਦੇ ਨਾਲ ਫਿਰ ਵੰਡਾਂ ਪੈ ਜਾਂਦੀਆਂ ਨੇ, ਤੇ ਇਹਦੇ ਨਾਲ ਫਿਰ ਜਾਤ ਪਾਤ ਜਿਹੜੀ ਆ ਉਹ ਜ਼ਿਆਦਾ ਲੱਗ ਜਾਂਦੀ ਹੈ। ਔਰ ਜਾਤ ਪਾਤ ਦੇ ਨਾਲ ਫਿਰ 19ਵੀਂ ਸਦੀ ਦੇ ਵਿੱਚ ਅਛੂਤ ਦੀ ਬਿਮਾਰੀ ਵੀ ਲੱਗ ਜਾਂਦੀ ਹੈ। ਇਹ ਮੈਂ ਕਹਿੰਦਾ ਕਿ ਆਹ 18ਵੀਂ ਸਦੀ ਦੇ ਵਿੱਚ ਜਿਹੜੀ ਇੱਕ ਹਲਚਲ ਹੋ ਰਹੀ ਹੈ, ਉਥਲ ਪੁਥਲ ਹੋ ਰਹੀ ਹੈ, ਇਹਦੇ ਵਿੱਚ ਸਿੱਖਾਂ ਦਾ ਰਾਜ ਵੀ ਵੱਧ ਜਾਂਦਾ ਟੂਵਰਡਸ ਦੀ ਐਂਡ ਆਫ ਦੀ 18th ਸੈਂਚੁਰੀ। ਲੇਕਿਨ ਨਾਲ ਇਹਦੇ ਆਹ ਜਿਹੜੀ ਗੱਲ ਹੋ ਰਹੀ ਹੈ, ਹੁਣ ਰਹਿਤਨਾਮਿਆਂ ਦੀ ਗੱਲ ਕਰੀਏ ਕਿ ਜ਼ਿਆਦਾਤਰ ਰਹਿਤਨਾਮੇ ਜਿਹੜੇ ਨੇ 18ਵੀਂ ਸਦੀ ਦੇ ਵਿੱਚ ਹੀ ਲਿਖੇ ਗਏ ਨੇ। ਹੁਣ ਚੌਪਾ ਸਿੰਘ ਦਾ ਜਿਹੜਾ ਰਹਿਤਨਾਮਾ ਵਾ, ਉਹਦੀ ਲਿਖਤ ਦੀ ਜਿਹੜੀ ਗੱਲ ਆਉਂਦੀ ਹੈ, ਉਹ 1750 ਤੋਂ ਲੈ ਕੇ 60 ਤੱਕ ਦੇ ਵਿੱਚ ਲਿਖਿਆ ਗਿਆ। ਤੇ ਬੜਾ ਇੰਟਰਸਟਿੰਗ ਹੈ ਕਿ ਉਹ ਹੁਣ ਜਦੋਂ ਚੌਪਾ ਸਿੰਘ, ਵੈਸੇ ਤਾਂ ਉਹਦੀ ਮੌਤ ਜਿਹੜੀ ਆ ਉਹ ਪਹਿਲਾਂ ਹੋ ਜਾਂਦੀ ਹੈ, ਲੇਕਿਨ ਇਹ ਵਾਧੇ ਘਾਟੇ ਜਿਹੜੇ ਆ ਨਾ ਖਰੜਿਆਂ ਦੇ ਵਿੱਚ ਹੁੰਦੇ ਰਹਿੰਦੇ ਸੀ। ਤੇ ਬੜੀ ਇੰਟਰਸਟਿੰਗ ਗੱਲ ਹੈ ਕਿ ਉਹ ਰਹਿਤਨਾਮੇ ਵਿੱਚ ਗੁਰੂ ਗੋਬਿੰਦ ਸਾਹਿਬ ਦੇ ਮੂੰਹ ਵਿੱਚੋਂ ਕੁਝ ਗੱਲਾਂ ਕਹਿਵਾ ਰਹੇ ਨੇ। ਮੈਂ ਤੁਹਾਡੇ ਨਾਲ ਪੜ੍ਹ ਕੇ ਸੁਣਾਉਣਾ ਕਿ ਕੀ ਕਹਿੰਦੇ ਨੇ। ਜੀ ਜੀ ਜੀ। ਕਹਿੰਦਾ, ਇਸ ਸਮੇਂ ਪੂਰਨ ਪੁਰਖ ਬਚਨ ਕੀਤਾ ਸੀ, ਜੋ 100 ਬਰਸ ਨੂੰ ਮੇਰਾ ਪੰਥ ਜਵਾਨ ਹੋਸੀ, ਸੋ ਜਵਾਨੀ ਕਾ ਵਾਧਾ ਪਵੇਗਾ ਅਤੇ ਪਰਪੱਕ ਹੋਵੇਗਾ। ਪਰ ਜੋ ਵਿਕਾਰ ਹੈ ਸੋ ਜਵਾਨੀ ਵਿੱਚ ਹੀ ਆਵਦਾ। ਸੋ ਵਿਕਾਰ ਕਿਆ, ਸਭ ਜਾਤ ਸਭ ਵਰਣ ਪੰਥ ਵਿੱਚ ਧੱਸ ਜਾਣਗੇ। ਮਲੇਸ਼ ਵੀ ਆਦ ਲੈ ਕੇ ਮੰਦੇ ਚੰਗੇ ਪੰਥ ਵਿੱਚ ਧੱਸ ਜਾਣਗੇ। ਸੋ ਮੰਦਿਆਂ ਪਾਸੋਂ ਮੰਦੇ ਕਰਮ ਹੋਸਣ, ਦੇਖਣ ਨੂੰ ਸਿੱਖ ਕਰਮ ਠੱਗਾਂ ਚੋਰਾਂ ਕੀਕਣਾਂ ਦੇ। ਦੇਖਣ ਨੂੰ ਸਿੱਖ ਕਰਮ ਮਲੇਸ਼ਾਂ ਦੇ, ਦੇਖਣ ਨੂੰ ਸਿੱਖ ਕਰਮ ਸਾਖਤਾਂ ਦੇ। 5 ਮੇਲਾਂ ਦੀ ਵਰਤਣ 5 ਪੀਰੀਏ, ਵਿਸ਼ਵਾਸਘਾਤੀ ਅਕਿਰਤ ਘਣ, ਜਨਾਹੀ ਧਰੋਹੀ ਨਿੰਦਕ ਦੁਸ਼ਟ ਹਤਿਆਰੇ, ਧਾੜਵੀ ਨਿਗੁਰੇ ਗੰਦਵਾਕੀ। ਗੰਦਵਾਕੀ ਮਤਲਬ ਗਾਲਾਂ ਕੱਢਣ ਵਾਲੇ। ਉਹ ਕਹਿੰਦਾ ਕਿ ਇਹ ਗੁਰੂ ਗੋਬਿੰਦ ਸਾਹਿਬ ਇਹ ਕਹਿ ਰਹੇ ਸੀ ਕਿ ਮੇਰਾ 100 ਸਾਲ ਵਿੱਚ ਜਿਹੜਾ ਨਾ ਪੰਥ ਜਵਾਨ ਹੋਊਗਾ, ਜਵਾਨੀ ਵਿੱਚ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ, ਤੇ ਇਹ ਲੱਗੀਆਂ ਵੀ। ਆ ਜਿਹੜੀ ਆ ਸਾਰੀ ਗੱਲ ਕੀਤੀ ਹੈ ਕਿ ਖੋਹਾਂ, ਅਕਿਰਤ ਕਾਂਡ, ਇਹ ਸਾਰੇ ਮੰਦੇ ਕੰਮ ਜਿਹੜੇ ਨੇ ਉਹ ਆ ਗਏ। ਮੈਂ ਇਹ ਗੱਲ ਕਰਦਾ ਕਿ ਇੱਕ ਤਰੀਕੇ ਦਾ ਜਿਹੜਾ ਬਾਹਮਣੀਕਰਨ ਹੋ ਰਿਹਾ, ਆ ਜਿਹੜੇ ਰਹਿਤਨਾਮੇ ਲਿਖਣ ਵਾਲੇ ਨੇ। ਹੁਣ ਇਹ ਚੌਪਾ ਸਿੰਘ ਤਾਂ ਛਿਬੜ ਬ੍ਰਾਹਮਣ ਸੀ। ਪਿੱਛੇ 18ਵੀਂ ਸਦੀ ਦੇ ਤੀਸਰੇ ਚੌਥੇ ਜਿਹੜਾ ਕੀ ਕਹਿੰਦੇ ਨੇ ਦੌਰ ਹੁੰਦਾ, ਉਹਦੇ ਵਿੱਚ ਬੰਸਾਵਲੀ ਨਾਮਾ ਕੇਸਰ ਸਿੰਘ ਛਿਬੜ ਵੀ ਲਿਖ ਰਿਹਾ। ਉਹਨੇ ਪੂਰੇ ਦਾ ਪੂਰਾ ਗੁਰੂਆਂ ਦੀ ਜਿਹੜੀ ਇਤਿਹਾਸ ਹੈ ਉਹਦਾ ਹੀ ਬਾਹਮਣੀਕਰਨ ਕਰ ਦਿੱਤਾ। ਮੈਂ ਕਹਿੰਦਾ ਕਿ ਇਹ ਟੈਨਸ਼ਨ ਦੇ ਵਿੱਚ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ, ਜਿਹਦੇ ਵਿੱਚ ਸਿੱਖੀ ਜਿਹੜੀ ਆ ਉਹ ਬਿਲਕੁਲ ਉਹਦੀ ਫਾਰਮ ਬਦਲ ਜਾਂਦੀ ਆ, ਜਿਹੜੀ ਗੁਰੂਆਂ ਵੇਲੇ ਸੀ ਜਾਂ 18ਵੀਂ ਸਦੀ ਦੇ ਅੱਧ ਤੱਕ ਰਹੀ। ਇੱਥੇ ਪ੍ਰੋਫੈਸਰ ਮੇਰਾ ਸਵਾਲ, ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਹੈ, ਪਰ ਇੱਥੇ ਮੇਰਾ ਸਵਾਲ ਇਹ ਹੈ ਕਿ ਜਿਹੜਾ ਤੁਸੀਂ ਗੁਰੂਆਂ ਦੇ ਦੌਰ ਦੀ ਗੱਲ ਕੀਤੀ ਹੈ, ਗੁਰੂਆਂ ਦਾ ਜਿਹੜਾ ਸਮਾਂ ਹੈ, ਉਸ ਸਮੇਂ ਸਮਾਜ ਦੇ ਅੰਦਰ ਇੱਕ ਬਰਾਬਰੀ ਦਾ, ਇਨਸਾਫ ਦਾ, ਭਾਈਚਾਰੇ ਦਾ, ਸਦਭਾਵਨਾ ਵਾਲਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ ਸੀ, ਔਰ ਉਹ ਬਣਿਆ ਵੀ, ਔਰ ਲੋਕ ਉਸ ਨੂੰ ਦੇ ਪ੍ਰਭਾਵ ਹੇਠ ਵੀ ਅੱਗੇ ਵਧਣ ਲੱਗੇ।
ਪਰ ਅਸੀਂ ਦੇਖਦੇ ਹਾਂ ਕਿ ਜਦੋਂ ਇਹ ਬਾਬਾ ਬੰਦਾ ਬਹਾਦਰ ਦਾ ਜਿਹੜਾ ਰਾਜ ਹੈ ਸਮਾਪਤ ਹੁੰਦਾ ਹੈ, ਖਿੰਡ ਪੁੰਡ ਜਾਂਦਾ ਹੈ, ਤਾਂ ਉਸ ਤੋਂ ਬਾਅਦ ਜਦੋਂ ਮਿਸਲਾਂ ਬਣਦੀਆਂ ਤਾਂ ਉਹਦੇ ਵਿੱਚ ਇਹ ਆਉਂਦਾ ਲਿਖਿਆ ਹੋਇਆ ਇਤਿਹਾਸ ਦੇ ਵਿੱਚ ਕਿ ਜਿਹੜੇ ਮਿਸਲਦਾਰ ਸੀਗੇ, ਜਿਹੜੇ ਮਿਸਲਾਂ ਦੇ ਮੁਖੀ ਸੀ, ਉਹ ਜਿਹੜੇ ਜਿਹੜੇ ਇਲਾਕੇ ਜਿੱਤਦੇ ਸੀਗੇ ਉਹ ਉਹਨਾਂ ਦਾ ਅਕਾਲ ਤਖਤ ਤੇ ਉਹਦੇ ਨਾਂ ਉਹ ਰਜਿਸਟਰ ਹੋ ਜਾਂਦਾ ਸੀ, ਦਰਜ ਹੋ ਜਾਂਦਾ ਸੀਗਾ ਕਿ ਜਿਹੜੀ ਮਿਸਲ ਦੇ ਇਸ ਮੁਖੀ ਨੇ ਇਹ ਜਿਹੜਾ ਇਲਾਕਾ ਜਿੱਤਿਆ ਹੈਗਾ, ਇਹ ਇੰਨੇ ਇਲਾਕੇ ਦਾ ਇਸ ਵੇਲੇ ਇਹ ਸਰਦਾਰ। ਤਾਂ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹ ਜਿਹੜਾ ਗੁਰੂਆਂ ਦੇ ਸਮੇਂ ਜਿਹੜੇ ਸਮਾਜ ਦੇ ਵਿੱਚ ਤਬਦੀਲੀ ਆ ਰਹੀ ਸੀ, ਸਮਾਜ ਜਿੱਧਰ ਨੂੰ ਅੱਗੇ ਵੱਧ ਰਿਹਾ ਸੀ, ਪ੍ਰਗਤੀਸ਼ੀਲ ਢੰਗ ਨਾਲ ਜਿਸ ਤਰ੍ਹਾਂ ਦਾ ਸਮਾਜ 'ਚ ਮਾਹੌਲ ਬਣ ਰਿਹਾ ਸੀ, ਤਾਂ ਉਹ ਸਾਰਾ ਇਸ ਦੌਰ 'ਚ ਆਣ ਕੇ ਉਹ ਫਿਰ ਜ਼ਗੀਰਦਾਰੀ ਵਾਲੇ ਪਾਸੇ ਨੂੰ ਸਾਰਾ ਕੁਝ ਤੁਰ ਜਾਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਉਹ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਰਾਜ ਸਥਾਪਿਤ ਕਰਦਾ। ਇਹਦੇ ਬਾਰੇ ਤੁਹਾਡਾ ਕੀ ਹੈ? ਇਹ ਗੱਲ ਬਿਲਕੁਲ ਠੀਕ ਹੈ ਜਿਹੜੀ ਮੈਂ ਇੱਕ ਬਾਹਮਣੀਕਰਨ ਦੀ ਗੱਲ ਕੀਤੀ ਹਾਂ ਨਾ, ਜੀ ਜੀ ਜੀ, ਤੁਸੀਂ ਉੱਥੇ ਤਾਂ ਹੀ ਮੈਂ ਸਵਾਲ ਨਾਲ ਜੋੜਿਆ ਜੀ। ਉਹ ਪੱਕੀ ਜਿਹੜੀ ਹੈ ਨਾ ਉਹ ਰਣਜੀਤ ਸਿੰਘ ਦੇ ਕਾਲ ਵੇਲੇ ਹੀ ਹੁੰਦੀ ਹੈ। ਇੱਕ ਤਾਂ ਪਹਿਲਾਂ ਜਿਹੜੀ ਇਹ ਗੁਰਮਤੇ ਪਾਸ ਹੁੰਦੇ ਸੀ ਅਕਾਲ ਤਖਤ ਤੇ ਸਾਰੇ ਮਿਲ ਜੁੜਦੇ ਸੀ ਕਿ ਵੀ ਅਬਦਾਲੀ ਦੇ 8 ਹਮਲੇ ਹੋ ਗਏ ਤੇ ਉਹਨਾਂ ਟਾਕਰਾ ਕਿਵੇਂ ਆ, ਇਹ ਵੱਖ-ਵੱਖ ਤਾਂ ਹੈਗੇ ਸੀ, ਕਦੀ ਕਦੀ ਇਹ ਮਿਲ ਕੇ ਵੀ ਸਾਂਝ ਪਾ ਕੇ ਵੀ ਇੱਕ ਸਾਰੀਆਂ ਲੜਾਈਆਂ ਦਾ ਸਾਹਮਣਾ ਕਰ ਲੈਂਦੇ ਸੀ। ਹੁਣ ਗੱਲ ਇਹ ਆ ਕਿ ਜਦੋਂ ਇੱਕ ਦਾ ਰਾਜ ਰਹਿ ਗਿਆ ਤੇ ਉਹਨੇ ਫਿਰ ਇੱਕ ਵੱਡਾ ਸਾਮਰਾਜ ਵੀ ਖੜਾ ਕੀਤਾ ਤੇ ਉਹਦੇ ਤੇ ਜਿਹੜੀ ਗੱਲ ਇੱਕ ਸਾਖੀ ਚੱਲਦੀ ਹੈ ਕਿ ਬਈ ਉਹਨੂੰ ਕੋੜੇ ਵੀ ਮਾਰੇ ਗਏ ਸੀਗੇ, ਜਥੇਦਾਰ ਉਸ ਵੇਲੇ ਦਾ ਜਿਹੜਾ ਹੈਗਾ ਅਕਾਲ ਸੀ ਤਖਤ ਦੇ ਜਥੇਦਾਰ। ਤੇ ਲੇਕਿਨ ਉਹਨੂੰ ਫਿਰ ਜਿਹੜਾ ਹੰਕਾਰ ਆ ਉਹ ਤਾਂ ਹੰਕਾਰ ਹੀ ਹੁੰਦਾ, ਰਾਜੇ ਦਾ ਸੱਤਾ ਏਡੀ ਵੱਡੀ ਆ, ਇੰਨਾ ਪੈਸਾ ਆ ਰਿਹਾ ਵਾ, ਤੇ ਉਹਨੇ ਫਿਰ ਸਿੱਖਾਂ ਦੇ ਮਸਲਿਆਂ ਵਿੱਚ ਸਰਕਾਰ ਵੱਲੋਂ ਸਰਬਰਾ ਕਾਇਮ ਕਰ ਦਿੱਤਾ ਸੀ 1831-32 ਦੇ ਵਿੱਚ। ਇਹਦਾ ਮਤਲਬ ਕਿ ਤੁਸੀਂ ਹੁਣ ਪ੍ਰਭੂ ਸੱਤਾ ਵਾਲੇ ਨਹੀਂ ਰਹੇ, ਆਜ਼ਾਦੀ ਨਹੀਂ, ਇਹ ਸਟੇਟ ਉਹ ਤੁਹਾਡੇ ਜਿਹੜੇ ਕੰਮ ਕਰੋਗੇ ਉਹਨਾਂ ਤੇ ਨਜ਼ਰਸਾਨੀ ਇਹ ਰੱਖੇਗੀ। ਹੁਣ ਆਹ ਜਿਹੜੀ ਹੈ ਕਿ ਇੱਕ ਤਾਂ ਸਟੇਟ ਦਾ ਦਖਲ ਅੰਦਾਜ਼ੀ ਉਹ ਪਹਿਲਾਂ ਵੀ ਹੈਗੀ ਸੀ, ਇਹ ਗੱਲ ਨਹੀਂ ਹੈ, ਲੇਕਿਨ ਜਦੋਂ ਸਿੱਖ ਰਾਜ ਕਿਹਾ ਜਾਂਦਾ ਜਾਂ ਖਾਲਸਾ ਰਾਜ ਕਿਹਾ ਜਾਂਦਾ ਤੇ ਇਹ ਫਿਰ ਆਹ ਪਾਬੰਦੀ ਨਹੀਂ ਸੀ ਲੱਗਣੀ ਚਾਹੀਦੀ। ਇੱਕ ਤੇ ਗੱਲ ਇਹ ਹੋ ਗਈ, ਫਿਰ ਬਹੁਤ ਸਾਰੇ ਡੋਗਰੇ ਔਰ ਬਹੁਤ ਸਾਰੇ ਯੂਪੀ ਤੋਂ ਜਿਹੜਾ ਉਸ ਵੇਲੇ ਦਾ ਅਯੋਧਿਆ ਵਗੈਰਾ ਦਾ ਇਲਾਕਾ ਸੀ ਉਹਦੇ ਵਿੱਚੋਂ ਬਹੁਤ ਸਾਰੇ ਲੋਕ ਇੱਥੇ ਆਏ ਔਰ ਇੱਕ ਤਰੀਕੇ ਦੀਆਂ ਰਸਮਾਂ ਰਿਵਾਜ ਜਿਹੜੇ ਨੇ ਉਹ ਬਾਹਮਣਵਾਦੀ ਹੋ ਗਏ। ਤੇ ਇਹਦੇ ਵਿੱਚ ਇਹ ਵੀ ਹੋ ਗਿਆ ਕਿ ਜਿਹੜਾ ਗੁਰਦੁਆਰਿਆਂ ਦੇ ਵਿੱਚ ਮੂਰਤੀਆਂ ਵੀ ਲੱਗ ਗਈਆਂ, ਗੁਰਦੁਆਰਿਆਂ ਦੇ ਵਿੱਚ ਖਾਸ ਕਰਕੇ ਦਰਬਾਰ ਸਾਹਿਬ ਵਿੱਚ 1860 ਤੋਂ ਬਾਅਦ ਜਦੋਂ ਅੰਗਰੇਜ਼ ਕਾਬੂ ਕਰ ਲੈਂਦੇ ਨੇ, ਕਬਜ਼ਾ ਕਰ ਲੈਂਦੇ ਨੇ, ਤੇ ਉਹਦੇ ਵਿੱਚ ਫਿਰ ਉਹ ਵੀ ਸਰਬਰਾ ਆਪਣਾ ਕਾਇਮ ਕਰਦੇ ਕਿਉਂਕਿ ਪਹਿਲੇ ਰਣਜੀਤ ਸਿੰਘ ਨੇ ਵੀ ਸਰਬਰਾ ਲਾਇਆ ਹੋਇਆ ਸੀ। ਤੇ ਇਹ ਦਖਲ ਅੰਦਾਜ਼ੀ ਜਿਹੜੀ ਹੈ ਸਿੱਖਾਂ ਦੇ ਮਾਮਲਿਆਂ ਵਿੱਚ ਸਟੇਟ ਦੀ ਉਹ ਵੱਧਦੀ ਰਹਿੰਦੀ ਹੈ। ਸਾਨੂੰ ਪਤਾ ਹੀ ਹੈ ਕਿ ਜਦੋਂ ਆਪਣੇ ਜਲਿਆਂਵਾਲੇ ਬਾਗ ਦਾ ਸਾਕਾ ਹੁੰਦਾ ਤੇ ਸਰੋਪਾ ਜਿਹੜਾ ਉਹ ਕਾਤਲ ਨੂੰ ਅਰੂੜ ਸਿੰਘ ਦਿੰਦਾ, ਉਹ ਸਰਬਰਾ ਵੱਲੋਂ ਦਿੱਤਾ ਜਾਂਦਾ ਸੀਗਾ। ਇਹ ਵੀ ਗੱਲ ਹੈ ਕਿ 18ਵੀਂ ਸਦੀ ਦਾ ਜਿੰਨਾ ਵੀ ਕੁਝ ਹੋਇਆ 19ਵੀਂ ਸਦੀ ਦੇ ਵਿੱਚ ਹੋਰ ਪਰਪੱਕ ਹੁੰਦਾ ਤੇ ਇਥੋਂ ਤੱਕ ਕਿ ਜਿਹੜੇ ਖਾਲਸਾਈ ਰੂਪ ਵਿੱਚ ਦਲਿਤ ਸਨ ਉਹਨਾਂ ਤੇ ਦਰਬਾਰ ਸਾਹਿਬ ਵਿੱਚ ਪਾਬੰਦੀਆਂ ਲੱਗ ਜਾਂਦੀਆਂ ਨੇ ਕਿ ਉਹਨਾਂ ਦਾ ਪ੍ਰਸ਼ਾਦ ਨਹੀਂ ਲਿਆ ਜਾਏਗਾ, ਉਹਨਾਂ ਦੀ ਜਿਹੜੀ ਹੈ 1 ਘੰਟੇ ਵਾਸਤੇ ਬਾਹਰ ਹੀ ਜਿਹੜੇ ਚੌਥੇ ਪੌੜੇ ਵੱਲ ਉਹ ਦਰਸ਼ਨ ਕਰ ਸਕਦੇ ਨੇ, ਅੰਦਰ ਦਰਬਾਰ ਸਾਹਿਬ ਨਹੀਂ ਸੀ ਜਾ ਸਕਦੇ। ਇਹਦੇ ਕਰਕੇ ਉਹਨਾਂ ਨੂੰ ਇਕੱਠ ਵੀ ਕਰਨਾ ਪਿਆ। ਮੈਂ ਇਹ ਗੱਲ ਕਰਦਾ ਕਿ ਆਹ ਤਬਦੀਲੀ ਸਾਨੂੰ 18ਵੀਂ ਸਦੀ ਦੀ ਵੀ ਸਮਝਣੀ ਉਸੇ ਪਰਿਪੇਖ ਵਿੱਚ ਚਾਹੀਦੀ ਹੈ ਜਿੰਨਾ 19ਵੀਂ ਸਦੀ ਦੀ। ਇਹਦੇ ਚ ਪ੍ਰੋਫੈਸਰ ਜਿਹੜਾ ਜੱਸਾ ਸਿੰਘ ਰਾਮਗੜੀਆ ਦਾ ਜਿਹੜਾ ਇਹ ਸਾਰੇ ਚ ਭੂਮਿਕਾ ਰਹਿੰਦੀ ਹੈ, ਜਿਵੇਂ ਤੁਸੀਂ ਰਾਮਨੌਮੀ ਦੇ ਜਿਹੜਾ ਰਾਮ ਗੁਰਦੁਆਰੇ ਦੀ ਗੱਲ ਕੀਤੀ ਹੈ, ਗੜੀ ਦੀ ਜਿਹੜੀ ਕਿ ਕੱਚੀ ਗੜੀ ਸੀ, ਤਾਂ ਉਹਦੇ ਵਿੱਚੋਂ ਨਿਕਲ ਕੇ ਇਹਨਾਂ ਇੱਕ ਤਾਂ ਰਾਮਗੜੀਆ ਕਿੱਦਾਂ ਬਣਦੇ ਨੇ, ਕਿਉਂਕਿ ਇਹਨਾਂ ਦੇ ਨਾਲ ਪਹਿਲਾਂ ਕਹਿੰਦੇ ਆ ਕਿ ਇਹਨਾਂ ਦੇ ਪਿੰਡ ਦਾ ਨਾਂ ਇਛੋ ਗਿਲੀਆ ਜਿਹੜਾ ਸੀਗਾ ਉਹ ਲਿਖਿਆ ਜਾਂਦਾ ਸੀ, ਜੱਸਾ ਸਿੰਘ ਇਛੋ ਗਿਲੀਆ। ਤਾਂ ਉਹ ਇਹ ਸਾਰਾ ਇਹਦੇ ਤੇ ਥੋੜਾ ਚਾਨਣਾ ਪਾਓਗੇ? ਨਹੀਂ, ਗੱਲ ਇਹ ਆ ਬਲਬੀਰ ਜੀ ਕਿ ਜਿਹੜੀ ਰਾਮ ਰੌਣੀ ਦਾ ਕਿਲਾ ਸੀ ਨਾ, ਇਹ ਤੇ ਸਿੱਖਾਂ ਨੇ ਸੀਗਾ ਅੰਮ੍ਰਿਤਸਰ ਦੇ ਵਿੱਚ, ਔਰ ਉਹਦੀ ਘੇਰਾਬੰਦੀ ਕੱਚੀ ਗੜੀ ਸੀਗੀ। ਉਹਦੀ ਮੈਂ ਗੱਲ ਕੀਤੀ ਸੀ ਕਿ ਘੇਰਾਬੰਦੀ ਹੁੰਦੀ ਆ ਜਿਹੜਾ ਸੂਬੇਦਾਰ ਹੈ ਲਾਹੌਰ ਦਾ ਉਹ ਕਰਦਾ, ਲੇਕਿਨ ਜਿਹੜਾ ਜਲੰਧਰ ਦਾ ਫੌਜ
ਫੌਜਦਾਰ ਹੈ ਉਹਦੀ ਡਿਊਟੀ ਲੱਗੀ ਹੋਈ ਸੀਗੀ। ਗੱਲ ਉਹ ਚਲੋ ਘੇਰਾਬੰਦੀ ਚੁੱਕੀ ਜਾਂਦੀ ਆ, ਕਿਉਂਕਿ ਜਿਹੜਾ ਦਿੱਲੀ ਦਾ ਐਮਪਰਰ ਆ, ਉਹ ਮੁਲਤਾਨ ਦੀ ਜਿਹੜਾ ਕੋਈ ਸੂਬੇਦਾਰੀ ਹੈ ਨਾ, ਉਹ ਕਿਸੇ ਨੂੰ ਦਿੰਦਾ, ਤੇ ਇਹਨਾਂ ਨੂੰ ਜਿਹੜਾ ਲਾਹੌਰ ਦਾ ਸੂਬੇਦਾਰ ਆ ਉਹਨੂੰ ਥੋੜਾ ਜਿਹਾ ਟੈਨਸ਼ਨ ਹੋ ਜਾਂਦੀ, ਵਕਤ ਪੈ ਜਾਂਦਾ। ਫਿਰ ਕੌੜਾ ਮੱਲ ਉਸ ਵੇਲੇ ਨਾਨਕ ਪੰਥੀ ਵੀ ਹੈ, ਤੇ ਉਹ ਵੀ ਖੱਤਰੀ ਸੀਗਾ, ਲੇਕਿਨ ਦੀਵਾਨ ਸੀਗਾ ਮੁਗਲ ਰਾਜ ਵਿੱਚ। ਤਾਂ ਇਹਨਾਂ ਦੀ ਜੱਸਾ ਸਿੰਘ ਰਾਮਗੜੀਏ ਦੇ ਨਾਲ ਜਦੋਂ ਸਿੱਖਾਂ ਦੀ ਕੋਈ ਅਰਜ਼ੋਈ ਹੁੰਦੀ ਹੈ ਕਿ ਬਈ ਤੂੰ ਯਾਰ ਸਿੱਖ ਹੋ ਕੇ ਸਾਡੇ ਤੇ ਹੀ ਇਹ ਮੁਗਲਾਂ ਦੇ ਨਾਲ ਜੁੜਿਆ ਹੋਇਆ, ਫਿਰ ਉਹ ਘੇਰਾਬੰਦੀ ਚੁਕਾਉਂਦਾ ਵੀ ਹੈ। ਆ ਇੱਕ ਸੰਦਰਭ ਬਣਦਾ ਹੈ। ਲੇਕਿਨ ਚੰਗੀ ਗੱਲ ਇਹ ਹੋਈ ਕਿ ਉਹਦਾ ਜਦੋਂ ਰਾਮ ਰੌਣੀ ਨੂੰ ਪੱਕਿਆ ਕਰਦਾ ਉਸ ਕਿਲੇ ਨੂੰ, ਤੇ ਉਹਦਾ ਨਾਂ ਰਾਮਗੜ੍ਹ ਰੱਖਦਾ, ਤੇ ਉਹਦੀ ਪਛਾਣ ਜਿਹੜੀ ਉਹ ਰਾਮਗੜੀਆ ਕਰਕੇ ਪੈ ਗਈ। ਹੁਣ ਸਾਰੀ ਜਹਾਦ ਦਾ ਵੇਖੋ, ਜਿਹੜੀ ਪਛਾਣ ਹੈ ਨਾ, ਇੱਕ ਨਵੀਂ ਬਣ ਗਈ। ਤਰਖਾਣਾ ਤੇ ਲੋਹਾਰਾਂ ਦੀ ਇੱਕ ਨਵੀਂ ਪਛਾਣ ਬਣ ਗਈ। ਜਿਵੇਂ ਆਲੂ ਵਾਲੀਏ ਜਿਹੜੇ ਸੀ, ਉਹ ਕਲਾਲਾਂ ਤੋਂ ਆਲੂ ਵਾਲੀਏ ਜਾਂ ਵਾਲੀਆ ਹੋ ਗਏ। ਇਹ ਇੱਕ ਚੰਗੀ ਰੱਦੋ ਬਦਲ ਹੋ ਰਹੀ ਹੈ, ਜਿਹੜੀ 18ਵੀਂ ਸਦੀ ਦਾ ਹਿਲਜੁਲ ਜਿਹੜੀ ਆ ਉਤਲਾ ਪਤਲੀ ਆ, ਉਹਦੇ ਵਿੱਚ ਆ ਜਾਤਾਂ ਦਾ ਵੀ। ਇਹ ਸਿਰਫ ਦੋਵਾਂ ਦੇ ਨਾਲ ਹੀ ਨਹੀਂ ਹੋਇਆ, ਬਹੁਤ ਸਾਰੇ ਦੂਸਰਿਆਂ ਦੇ ਨਾਲ ਵੀ ਹੋਇਆ। ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ ਜੇ ਜਾਤਾਂ ਜਿਹੜੀਆਂ ਛੋਟੀਆਂ ਜਾਤਾਂ ਸੀ, ਸਿੱਖੀ ਨੂੰ ਬੰਨਣ ਵਾਲੇ ਵੀ ਉਹੀ ਸੀ, ਉਹਨਾਂ ਵਾਸਤੇ ਸ਼ਹੀਦ ਹੋਣ ਵਾਲੇ ਵੀ ਉਹੀ ਸੀ, ਲੇਕਿਨ ਅੱਗੇ ਮਿਸਲਾਂ ਵੀ ਜਿਹੜੀਆਂ ਨੇ ਵੱਜਦੀਆਂ ਨੇ, ਤੇ ਉਹ ਸਾਰੀਆਂ ਜਿੰਨੀਆਂ ਸ਼ੂਦਰ ਜਾਤਾਂ ਨੇ ਉਹਨਾਂ ਦੇ ਵੱਲੋਂ ਹੀ ਵੱਜਦੀਆਂ ਨੇ। ਖੈਰ, ਗੱਲ ਇਹ ਹੈ ਕਿ ਮੈਂ ਗੱਲ ਉਹਦੇ ਨਾਲ ਜੋੜ ਕੇ ਕਰ ਰਿਹਾ ਸਾਂ ਕਿ ਇੱਕ ਪਾਸੇ ਤਾਂ ਇਹ ਹੋ ਰਿਹਾ ਕਿ ਨਵੀਂ ਜਾਤ ਦੀ ਪਛਾਣ ਬਣ ਰਹੀ ਹੈ, ਦੂਸਰੇ ਪਾਸੇ ਜਾਤ ਪਾਤ ਜਿਹੜੀ ਹੈ ਵੱਧ ਰਹੀ ਹੈ, ਕਿਉਂਕਿ ਮਿਸਲਾਂ ਜਿਹੜੀਆਂ ਨੇ ਉਹ ਆਪਣੇ ਆਪਣੇ ਸਰਦਾਰੀਆਂ ਜਾਂ ਜਗੀਰਦਾਰਾਂ ਜਾਂ ਰਿਆਸਤਾਂ ਖੜੀਆਂ ਕਰਨ ਚੱਲੇ ਹੋਏ ਸੀਗੇ। ਤੇ ਇਸ ਕਰਕੇ ਆਪਸ ਵਿੱਚ ਜਿਹੜਾ ਟਕਰਾਅ ਆ ਉਹ ਹੁੰਦਾ ਜਾਂਦਾ, ਵੱਧਦਾ ਜਾਂਦਾ। ਤੇ ਇਸੇ ਕਰਕੇ ਇਹ ਜਦੋਂ ਆਪਣੇ ਰਣਜੀਤ ਸਿੰਘ ਦੇ ਜਾਂ ਸਿੱਖ ਰਾਜ ਦਾ ਖਾਤਮਾ ਹੁੰਦਾ, ਉਸ ਵੇਲੇ ਜਿਹੜੇ ਡੋਗਰਿਆਂ ਵੱਲੋਂ ਜਾਂ ਜਿਹੜੇ ਲਾਲ ਸਿੰਘ ਔਰ ਇਹ ਪੰਡਤ ਹੈਗੇ ਸੀ, ਉਹਨਾਂ ਵੱਲੋਂ ਰੋਲ ਅਦਾ ਕੀਤਾ ਜਾਂਦਾ, ਤੇ ਇਹ ਬੜੇ ਉਦਾਸ ਹੁੰਦੇ ਨੇ, ਢਹਿ ਢੇਰੀ ਹੋ ਜਾਂਦੇ ਨੇ ਆਪਣੇ ਜਿੰਨੇ ਵੀ ਸਿੱਖ ਫੌਜੀ ਸੀਗੇ ਕਿ ਇਹਨਾਂ ਨੇ ਸਾਡੇ ਤੇ ਦਗਾ ਕਰ ਦਿੱਤਾ। ਫਿਰ ਵੱਡੇ ਪੈਮਾਨੇ ਤੇ ਜਿਹੜੇ ਸਿੱਖ ਨੇ ਉਹ ਅੰਗਰੇਜ਼ਾਂ ਦੀ ਫੌਜ ਵਿੱਚ ਜਾਂਦੇ ਨੇ। ਉਹਦੇ ਵਿੱਚ ਮੈਂ ਬਹੁਤ ਛੇਤੀ ਗੱਲ ਕਰ ਦੇਵਾਂ ਕਿ ਅੰਗਰੇਜ਼ਾਂ ਦੀ ਇਹ ਸੇਵਾ, ਸਾਮਰਾਜ ਦੀ ਸੇਵਾ ਕੀਤੀ, ਉਹ ਭਾਵੇਂ ਜਿਹੜੇ ਨੇਪਾਲ ਵਾਲੇ ਉਹਨਾਂ ਨੂੰ ਦਬਾਇਆ ਹੋਵੇ ਜਾਂ ਅਫਗਾਨਾਂ ਨੂੰ ਦਬਾਇਆ ਹੋਏ, ਭਾਵੇਂ ਸਾਰਾਗੜ੍ਹੀ ਦੀ ਲੜਾਈ ਹੋਏ, ਉਹ ਸਾਮਰਾਜ ਦੀ ਲੜਾਈ ਲੜ ਰਹੇ ਸੀਗੇ। ਤੇ ਉਹਨਾਂ ਦੇ ਵਾਸਤੇ ਜਿਹੜਾ ਸਾਮਰਾਜ ਹੈ ਇਹਨਾਂ ਨੂੰ 2 ਇਨਾਮ ਦਿੰਦਾ। ਨਹਿਰੀ ਕਲੋਨੀਆਂ 1870 ਤੋਂ ਬਾਅਦ ਬਣਦੀਆਂ ਨੇ, 60 ਤੋਂ ਬਾਅਦ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ। ਸਾਰਿਆਂ ਦੇ ਸਾਰੇ ਮੁਰੱਬੇ ਜਿਹੜੇ ਨੇ ਉਹ ਫੌਜੀਆਂ ਨੂੰ, ਜਿਹੜੇ ਸਿੱਖ ਫੌਜੀ ਸੀ, ਉਹਨਾਂ ਨੂੰ ਦਿੱਤੇ ਜਾਂਦੇ ਨੇ। ਦੂਸਰੀ ਵੱਡੀ ਗੱਲ ਉਹਨਾਂ ਨੇ ਇੱਕ ਇਨਾਮ ਵਜੋਂ ਆਪਣੀ ਜਿਹੜੀ ਸਾਮਰਾਜ ਦੀ ਸੇਵਾ ਕਰ ਰਹੇ ਸੀਗੇ ਉਹ ਦਿੱਤੀ ਕਿ 1900 ਦੇ ਵਿੱਚ ਇੱਕ ਐਕਟ ਪਾਸ ਕੀਤਾ ਜਿਹਨੂੰ ਪੰਜਾਬ ਲੈਂਡ ਏਲੀਨੇਸ਼ਨ ਐਕਟ ਕਹਿੰਦੇ ਆ, ਤੇ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਉਹ ਇੱਕ ਖਾਸ ਵਰਗ ਨੂੰ ਦੇ ਦਿੱਤੀ ਗਈ, ਜਿਹਦਾ ਨੁਕਸਾਨ ਬਹੁਤ ਸਾਰੀਆਂ ਦੂਸਰੀਆਂ ਜਾਤਾਂ ਨੂੰ ਹੋਇਆ। ਇਹ ਗੱਲ ਜਾਤ ਪਾਤ ਦੇ ਨਾਲ ਵੀ ਜੁੜੀ ਹੋਈ ਹੈ, ਲੇਕਿਨ ਸੱਤਾ ਦੇ ਨਾਲ ਵੀ ਜੁੜੀ ਹੈ, ਤੇ ਸੱਤਾ ਦੇ ਨਾਲ ਸਾਂਝ ਜਿਹੜੀ ਚੱਲਦੀ ਪਈ ਹੈ ਉਹਦੇ ਨਾਲ ਜੁੜੀ ਹੋਈ ਹੈ। ਤੇ ਫਿਰ ਸਾਹਿਬ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ, ਕੋਈ ਤੁਸੀਂ ਹੋਰ ਆਖਰੀ ਗੱਲ ਇਹਦੇ ਵਿੱਚ ਜੋੜਨੀ ਹੋਵੇ ਤੇ? ਮੈਂ ਕਹਾਂਗਾ ਕਿ ਜੱਸਾ ਸਿੰਘ ਰਾਮਗੜੀਏ ਦੀ 18ਵੀਂ ਸਦੀ ਦੀ ਇਹ ਸਮਝਣ ਜਿਹੜੀ ਸਾਨੂੰ ਪੈਦਾ ਹੋਈ ਹੈ ਕਿ ਉਹਦੇ ਬਹੁਤ ਸਾਰੇ ਅੱਗੇ ਆਪਾਂ ਕੀਤੇ ਨੇ ਕਿ ਇੰਪਲੀਕੇਸ਼ਨਸ ਨੇ, ਲੀਗੇਸੀਜ਼ ਹੈਗੀਆਂ ਨੇ, ਤੇ ਸਿੱਖੀ ਜਿਹੜੀ ਆ ਉਹ ਵੱਡੇ ਇੱਕ ਕ੍ਰਾਈਸਿਸ ਵਿੱਚ ਫਸ ਜਾਂਦੀ ਹੈ, ਸੰਕਟ ਵਿੱਚ ਹੈ। ਗੱਲ ਪਛਾਣ ਦੀ ਹੈ, ਕੌਣ ਸਿੱਖ ਹੈ ਕੌਣ ਨਹੀਂ ਹੈ। ਇਹ ਸਹਿਜਧਾਰੀਆਂ ਤੇ ਅੰਮ੍ਰਿਤਧਾਰੀਆਂ ਦੇ ਵਿੱਚ ਵੀ ਇੱਕ ਟੈਨਸ਼ਨ ਚੱਲਦੀ ਰਹਿੰਦੀ ਆ। ਹੁਣ ਵੱਡੇ ਪੈਮਾਨੇ ਤੇ ਜਿਹੜੇ ਸਿੰਧੀ ਨਾਨਕ ਪੰਥੀ ਸੀ ਉਹਨਾਂ ਨੂੰ ਇਹ ਵੱਖ ਕਰ ਦਿੰਦੇ ਨੇ, SGPC ਵੱਜਦੀ ਹੈ, ਸਾਰਾ ਕੁਝ ਹੁੰਦਾ ਹੈ, ਤੇ ਇਹਦੇ ਵਿੱਚ ਟੈਨਸ਼ਨ ਜਿਹੜੀ ਆ ਉਹ ਵੱਧਦੀ ਜਾਂਦੀ ਹੈ। ਕਿ ਸੰਤਾਪ ਤਾਂ ਪੰਜਾਬ ਨੇ ਬਹੁਤ ਝੱਲਿਆ, ਕੱਟ ਵੱਢ ਦਾ ਵੱਡਾ ਸੰਤਾਪ ਸੀਗਾ। ਇਹ ਜੇ ਸਿੱਖੀ ਦੇ ਵਿੱਚ ਵੱਡਾ ਕੋਈ ਦੂਰ ਅੰਦੇਸ਼ੀ ਵਾਲਾ ਕੋਈ ਲੀਡਰ ਹੁੰਦਾ ਤਾਂ ਬਹੁਤ ਕੁਝ ਬਚਾਅ ਹੋ ਸਕਦਾ ਸੀਗਾ। ਬਾਕੀ ਇਹ ਆ ਕਿ ਇਸ ਵੇਲੇ ਵੀ
ਜਿਹੜੀ ਜਾਤ ਪਾਤ ਦੇ ਸ਼ਿਕੰਜੇ ਵਿੱਚ ਫਸੀ ਹੋਈ ਸਿੱਖੀ ਆ, ਤੇ ਖਾਸ ਕਰਕੇ ਰਿਚੁਅਲ ਜਿਹਨੂੰ ਕੀ ਕਹਿੰਦੇ ਨੇ ਕਰਮ ਕਾਂਡੀ ਹੋ ਗਏ ਨੇ, ਜਿਹੜੇ ਵਿਚਾਰ ਆ ਗੁਰੂਆਂ ਦੇ ਉਹਨਾਂ ਤੇ ਧਿਆਨ ਨਹੀਂ ਦਿੰਦੇ। ਤੇ ਇਹ ਸਾਡੇ ਵਾਸਤੇ ਬਹੁਤ ਵੱਡਾ, ਸਿੱਖਾਂ ਦੇ ਵਾਸਤੇ ਵੱਡਾ ਚੈਲੰਜ ਆ ਕਿ ਜੇ ਸਿੱਖੀ ਨੂੰ ਇੱਕ ਬਚਾਉਣਾ, ਗੁਰੂਆਂ ਦੇ ਲੜ ਲਾਉਣਾ ਸਾਰਿਆਂ ਸਿੱਖਾਂ ਨੂੰ, ਤੇ ਸਾਨੂੰ ਹਥਿਆਰਾਂ ਤੋਂ ਛੁਟਕਾਰਾ ਪਾਉਣਾ ਪਊਗਾ, ਪੈਨ ਦਾ ਰਾਹ ਫੜਨਾ ਪਊਗਾ। ਆਹ ਹਥਿਆਰਾਂ ਦੇ ਨਾਲ ਆਪਣੇ ਲੋਕਾਂ ਦਾ ਕਿੰਨੇ ਜਵਾਨ ਜਿਹੜੇ ਨੇ ਉਹ ਮਾਰੇ ਗਏ, ਉਹ ਭਾਵੇਂ ਆ ਜਿਹੜੇ ਆਪਣਾ ਅੱਤਵਾਦ ਦਾ ਦੌਰ ਸੀ, ਬਾਅਦ ਵਿੱਚ ਵੀ ਇਹ ਸਾਰਾ ਕੁਝ ਹੋਇਆ। ਤੇ ਗੱਲਾਂ ਇਹ ਹੈ ਕਿ ਸਾਡੇ ਇਹ ਕ੍ਰਾਈਸਿਸ ਨੂੰ ਸਮਝਣ ਵਾਸਤੇ ਸਾਨੂੰ ਪਹਿਲੀਆਂ ਜਿਹੜੀਆਂ ਸਦੀਆਂ ਬੀਤੀਆਂ ਨੇ ਉਹਨਾਂ ਨੂੰ ਫਰੋਲਣਾ ਚਾਹੀਦਾ, ਔਰ ਚੰਗੇ ਤਰੀਕੇ ਨਾਲ, ਕਿਉਂਕਿ ਮਿੱਥਾਂ ਬਹੁਤ ਘੜੀਆਂ ਗਈਆਂ ਨੇ। ਇੱਕ ਨੈਰੇਟਿਵ ਜਿਹੜੇ ਘੜੇ ਗਏ ਨੇ 19ਵੀਂ ਸਦੀ ਦੇ ਵਿੱਚੋਂ ਨਿਰਮਲਿਆਂ ਵੱਲੋਂ, ਉਹ ਜਿਹੜੇ ਰੋਲ ਘਚੋਲਾ ਬਹੁਤ ਹੋਇਆ, ਉਹਦੇ ਵਿੱਚ ਗੱਪਾਂ ਬਹੁਤ ਮਾਰੀਆਂ ਗਈਆਂ, ਉਹਨਾਂ ਨੂੰ ਠੀਕ ਕਰਨ ਦੀ, ਉਹਨਾਂ ਤੋਂ ਬਚਣ ਦੀ ਲੋੜ ਹੈ। ਤੇ ਇਹ ਗੱਪਾਂ ਜਿਹੜੀਆਂ ਸਾਹਿਤ ਵਿੱਚ ਵੱਜੀਆਂ ਨੇ, ਉਹ ਸਾਰੀਆਂ ਫਿਰ ਕੀਰਤਨੀਏ ਔਰ ਢਾਡੀ ਜਥੇ ਜਿਹੜੇ ਨੇ ਉਹ ਸਾਡੇ ਰਚਾਉਂਦੇ ਨੇ। ਜਾਂ ਉਹ ਆਪਾਂ ਜੰਗਾਂ ਜਿੱਤਣਾ ਕੋਈ ਮਾੜੀ ਗੱਲ ਨਹੀਂ ਹੈ, ਲੇਕਿਨ ਯੋਧੇ ਦੀ, ਸ਼ਹੀਦਾਂ ਦੀ ਖੂਨ ਵਹਾਉਣ ਦੀਆਂ ਗੱਲਾਂ ਇਹ 21ਵੀਂ ਸਦੀ ਵਿੱਚ ਸਾਨੂੰ ਜਿਹੜਾ ਸੰਭਲ ਕੇ ਚੱਲਣ ਦੀ ਲੋੜ ਹੈਗੀ। ਕਿਸੇ ਨੂੰ ਵੀ ਹਥਿਆਰਬੰਦ ਹੋ ਕੇ ਉਹ ਕੋਈ ਵੱਖਰਾ ਰਾਜ ਕਾਇਮ ਕਰ ਲੇ, ਇਹ ਮੈਨੂੰ ਨਹੀਂ ਲੱਗਦਾ ਕਿ ਰਾਹ ਠੀਕ ਹੈ। ਜਿਹੜਾ ਗੁਰੂਆਂ ਦਾ ਆਪਣੀ ਸੋਚ ਨਾਲ ਸੀ, ਵਿਚਾਰਧਾਰਾ ਦੇ ਨਾਲ ਸੀ, ਉਹਨਾਂ ਨੇ ਤਾਂ ਸਾਨੂੰ ਵਿਵੇਕੀ ਬਣਾਇਆ ਸੀ, ਬੁੱਧੀਮਤ ਵੱਲ ਇਸ਼ਾਰੇ ਕੀਤੇ ਸਨ, ਸਾਰੇ ਵਿਦਿਆ ਦੇ ਦੁਆਰ ਸਾਰਿਆਂ ਵਾਸਤੇ ਖੋਲੇ ਸੀ। ਉਸ ਵੱਲ ਨੂੰ ਸਾਨੂੰ ਮੁੜਨਾ ਪਏਗਾ ਜੇ ਸਿੱਖੀ ਨੂੰ ਇਸ ਸੰਕਟ ਵਿੱਚੋਂ ਬਚਾਉਣਾ ਤੇ। ਹਾਂਜੀ, ਠੀਕ। ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ ਔਰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ। ਤੇ ਜੇ ਇਸ ਗੱਲਬਾਤ ਬਾਰੇ, ਇਸ ਚਰਚਾ ਬਾਰੇ ਤੁਹਾਡੀ ਕੋਈ ਰਾਏ ਹੋਵੇ, ਤੁਹਾਡੀ ਕੋਈ ਟਿੱਪਣੀ ਹੋਵੇ, ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ ਤੁਸੀਂ ਸਾਡੇ YouTube ਦਾ ਜਿਹੜਾ ਕਮੈਂਟ ਬਾਕਸ ਆ ਉੱਥੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਸਾਨੂੰ ਤੁਹਾਡੀਆਂ ਟਿੱਪਣੀਆਂ ਦਾ, ਤੁਹਾਡੀ ਰਾਏ ਦਾ ਵੀ ਇੰਤਜ਼ਾਰ ਰਹੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬੜੇ ਵਿਸਥਾਰ ਦੇ ਨਾਲ, ਜਿਸ ਢੰਗ ਨਾਲ ਤੁਸੀਂ ਜੱਸਾ ਸਿੰਘ ਰਾਮਗੜੀਆ ਦੇ ਅੱਜ ਜਿਹੜੀ ਜਨਮ ਸ਼ਤਾਬਦੀ ਆ ਉਸ ਮੌਕੇ ਦੇ ਉੱਤੇ ਸਾਰੇ ਸਿੱਖ ਇਤਿਹਾਸ ਦੇ ਪ੍ਰਸੰਗ ਵਿੱਚ ਜੱਸਾ ਸਿੰਘ ਰਾਮਗੜੀਆ ਦੀ ਭੂਮਿਕਾ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।